ਨਿੱਘਾ ਸਵਾਗਤ ਜੀ ਆਇਆਂ ਨੂੰ। ਕਹਿੰਦੇ ਨੇ ਕਿ ਮੇਰੀ ਜੇਬ ਵਿੱਚ ਪੈਸੇ ਨਹੀਂ ਤੇ ਮੈਂ ਚਾਹੁੰਦਾ ਕਿ ਮੈਂ ਲੰਗਰ ਲਾਵਾਂ ਤੇ ਮੈਂ ਕਿੱਦਾਂ ਕਰਾਂ, ਮੈਂ ਗਰੀਬ ਹਾਂ। ਕਹਿੰਦੇ ਕੋਈ ਗੱਲ ਨਹੀਂ, ਇੰਨੇ ਕੁ ਪੈਸੇ ਤਾਂ ਹੈਗੇ ਨੇ ਨਾ ਕਿ ਥੋੜ੍ਹਾ ਜਿਹਾ ਬਾਜਰਾ, ਥੋੜ੍ਹਾ ਜਿਹਾ ਕੋਈ ਚੋਗਾ ਲੈ ਕੇ ਚਿੜੀਆਂ ਨੂੰ ਪਾ ਦਿਓ, ਪੰਛੀਆਂ ਨੂੰ ਪਾ ਦਿਓ, ਇਹ ਉਹਨਾਂ ਵਾਸਤੇ ਵੀ ਇੱਕ ਲੰਗਰ ਹੋ ਜਾਏਗਾ। ਗੁਰੂ ਸਾਹਿਬ ਨੂੰ ਵੀ ਪ੍ਰਵਾਨ ਕਰਦੇ ਨੇ। ਸੋ ਅੱਜ ਵਿਸਾਖੀ ਦਾ ਪਵਿੱਤਰ ਦਿਹਾੜਾ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ, ਬਹੁਤ ਬਹੁਤ ਵਧਾਈ ਵਿਸਾਖੀ ਦੀ। ਪੂਰੀ ਦੁਨੀਆ ਦੇ ਵਿੱਚ ਅੱਜ ਅਸੀਂ ਵਿਸਾਖੀ ਮਨਾ ਰਹੇ ਹਾਂ ਔਰ ਸਾਡੇ ਉੱਤੇ ਗੁਰੂ ਸਾਹਿਬ ਦੀ ਬਖਸ਼ਿਸ਼ ਬਣੀ ਰਵੇ, ਇਹ ਅਰਦਾਸ ਹੈ ਸਾਡੀ। ਨਾਲ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਵੀ ਜਨਮ ਦਿਵਸ ਅਸੀਂ ਮਨਾ ਰਹੇ ਹਾਂ, ਉਸ ਦੀ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ। ਸੰਵਿਧਾਨ ਦੇ ਰਚయిਤਾ ਡਾਕਟਰ ਭੀਮ ਰਾਓ ਅੰਬੇਦਕਰ ਬਾਬਾ ਸਾਹਿਬ। ਸੋ ਅਸੀਂ ਇਹਨਾਂ ਦੋਨਾਂ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ। ਸ਼ੁਰੂਆਤ ਅਸੀਂ ਕਰਾਂਗੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਤੋਂ, ਉਸ ਤੋਂ ਬਾਅਦ ਅਸੀਂ ਵਿਸਾਖੀ ਦੇ ਉੱਤੇ ਸਾਰੀ ਗੱਲਬਾਤ ਕਰਾਂਗੇ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਡਾਕਟਰ ਸਤੀਸ਼ ਕਪੂਰ ਜੀ, ਜੋ ਕਿ ਯੂਨੀਵਰਸਿਟੀ ਆਫ ਲੰਡਨ ਤੋਂ ਬ੍ਰਿਟਿਸ਼ ਕੌਂਸਲ ਸਕਾਲਰ ਰਹੇ ਨੇ ਤੇ ਸਾਬਕਾ ਰਜਿਸਟਰਾਰ DAV ਯੂਨੀਵਰਸਿਟੀ, ਸਾਬਕਾ ਪ੍ਰਿੰਸੀਪਲ ਲਾਇਲਪੁਰ ਖਾਲਸਾ ਕਾਲਜ ਤੋਂ। ਕਿਤਾਬਾਂ ਵੀ ਲਿਖਦੇ ਨੇ ਔਰ ਮੈਗਜ਼ੀਨਸ ਦੇ ਵਿੱਚ, ਰਸਾਲਿਆਂ ਦੇ ਵਿੱਚ, ਅਖਬਾਰਾਂ ਦੇ ਵਿੱਚ ਉਹਨਾਂ ਦੇ ਲਿਖੇ ਹੋਏ ਆਰਟੀਕਲਸ ਵੀ ਛਪਦੇ ਰਹਿੰਦੇ ਨੇ। ਤੁਸੀਂ ਉਹਨਾਂ ਨੂੰ ਸ਼ੁਰੂ ਤੋਂ ਹੀ ਜਾਣਦੇ ਹੋ ਕਿਉਂਕਿ ਅਕਸਰ ਦੂਰਦਰਸ਼ਨ ਦੇ ਵਿਹੜੇ ਵਿੱਚੋਂ ਆਉਂਦੇ ਰਹਿੰਦੇ ਨੇ ਔਰ ਤੁਹਾਨੂੰ ਸਾਰਿਆਂ ਨੂੰ ਸੇਧ ਦਿੰਦੇ ਰਹਿੰਦੇ ਨੇ ਔਰ ਹਰ ਸਬਜੈਕਟ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਦੇ ਰਹਿੰਦੇ ਨੇ। ਸੋ ਆਓ ਸਵਾਗਤ ਕਰਦੇ ਹਾਂ ਡਾਕਟਰ ਸਤੀਸ਼ ਕਪੂਰ ਜੀ ਦਾ। ਬਹੁਤ ਬਹੁਤ ਸਵਾਗਤ ਤੁਹਾਡਾ ਤੇ ਵਿਸਾਖੀ ਦੀ ਵਧਾਈ ਤੁਹਾਨੂੰ ਵੀ ਜੀ, ਤੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਦੀ ਵੀ ਵਧਾਈ ਤੁਹਾਨੂੰ। ਸੋ ਗੱਲਬਾਤ ਅਸੀਂ ਸ਼ੁਰੂ ਕਰਾਂਗੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਤੋਂ, ਜਿਨ੍ਹਾਂ ਨੂੰ ਪਿਆਰ ਨਾਲ ਅਸੀਂ ਬਾਬਾ ਸਾਹਿਬ ਕਹਿੰਦੇ ਹਾਂ। ਬੜੀਆਂ ਮੁਸ਼ਕਿਲਾਂ ਔਰ ਬਹੁਤ ਕੁਝ ਐਸਾ ਬਰਦਾਸ਼ਤ ਕੀਤਾ ਉਸ ਸਮੇਂ ਦੇ ਵਿੱਚ ਜਿਸ ਵਿੱਚ ਉਹਨਾਂ ਦਾ ਜਨਮ ਹੋਇਆ ਹੈ, ਜਿਨ੍ਹਾਂ ਹਾਲਾਤਾਂ 'ਚ ਜਨਮ ਹੋਇਆ ਹੈ ਔਰ ਭਾਰਤ ਦਾ ਸੰਵਿਧਾਨ ਲਿਖਿਆ ਹੈ। ਅਸੀਂ ਉਹ ਸਾਰੀ ਯਾਤਰਾ ਕਰਨੀ ਹੈ ਜੋ ਉਹਨਾਂ ਦੀ ਜੀਵਨ ਯਾਤਰਾ ਹੈ। ਸੋ ਜਾਣਨਾ ਚਾਹਾਂਗੇ ਉਸ ਵਕਤ ਦਾ ਸਮਾਜ, ਉਹ ਹਾਲਾਤ ਜਿੱਥੇ ਉਹਨਾਂ ਦਾ ਜਨਮ ਹੁੰਦਾ ਹੈ। ਦੇਖੋ, ਜਦੋਂ ਡਾਕਟਰ ਭੀਮ ਰਾਓ ਅੰਬੇਦਕਰ ਦੀ ਗੱਲ ਆਉਂਦੀ ਹੈ ਜੀ, ਅਸੀਂ ਸਮਝਦੇ ਹਾਂ ਕਿ ਉਹ ਦਲਿਤ, ਸ਼ੋਸ਼ਿਤ, ਪੀੜਿਤ ਵਰਗ ਦੇ ਮਸੀਹਾ ਸਨ। ਇਹ ਗੱਲ ਨਹੀਂ ਹੈ ਕਿ ਉਹਨਾਂ ਤੋਂ ਪਹਿਲੇ ਕੁਝ ਸਮਾਜ ਸੁਧਾਰ ਅੰਦੋਲਨ ਨਹੀਂ ਹੋਏ। ਨਵਾਂ ਜਿਹੜਾ 19ਵੀਂ ਸ਼ਤਾਬਦੀ ਹੈ, ਉਹਦੇ ਵਿੱਚ ਰਾਜਾ ਰਾਮ ਮੋਹਨ ਰਾਏ, ਮਹਰਸ਼ੀ ਸਵਾਮੀ ਦਇਆਨੰਦ, ਸ਼ਿਵ ਨਾਰਾਇਣ ਅਗਨੀਹੋਤਰੀ, ਇਸ ਤਰ੍ਹਾਂ ਦੇ ਬਹੁਤ ਵੱਡੇ ਵੱਡੇ ਸੁਧਾਰਕ ਹੋਏ ਜੀ। ਔਰ ਫਿਰ ਜੋਤੀਬਾ ਫੂਲੇ ਦਾ ਨਾਮ ਜਿਹੜੇ ਪੀੜਿਤ ਵਰਗ ਚੋਂ ਹੀ ਆਉਂਦੇ ਸੀ, ਉਹ ਕੋਈ ਭੁਲਾ ਨਹੀਂ ਸਕਦਾ, ਜਿਨ੍ਹਾਂ ਨੇ ਸਤਿਸ਼ੋਧਕ ਸਮਾਜ ਬਣਾਇਆ ਹੈ। ਔਰ ਇਸੇ ਤਰ੍ਹਾਂ ਸ਼ਿੰਦੇ ਜੀ ਸੀ, ਜਿਨ੍ਹਾਂ ਨੇ ਬਹੁਤ ਸਮਾਜ ਸੁਧਾਰ ਦਾ ਕੰਮ ਕੀਤਾ ਹੈ। ਪਰ ਅੰਬੇਦਕਰ ਜੀ ਦਾ ਜਦੋਂ ਜਨਮ ਹੋਇਆ, ਉਸ ਵੇਲੇ ਇਹ ਸਾਰੀਆਂ ਵੇਵਜ਼ ਥੋੜ੍ਹਾ ਮੱਧਮ ਪੈ ਚੁੱਕੀਆਂ ਸੀ, ਢਿੱਲੀਆਂ ਪੈ ਚੁੱਕੀਆਂ ਸੀ। ਸੰਵਿਧਾਨਿਕ ਤੌਰ 'ਤੇ ਇਹਨਾਂ ਲੋਕਾਂ ਨੂੰ ਕੋਈ ਅਧਿਕਾਰ ਨਹੀਂ ਸੀ। ਸਮਾਜਿਕ ਤੌਰ 'ਤੇ ਇਹ ਬਹੁਤ ਸਾਰੇ ਸਕੂਲ ਕਾਲਜਾਂ ਦੇ ਵਿੱਚ ਜਾ ਨਹੀਂ ਸੀ ਸਕਦੇ। ਯੱਗ ਹਵਨ ਦੇ ਵਿੱਚ ਯੱਗੋਪਵੀਤ ਪੰਚ, ਜਨੇਊ ਪੰਚ, ਇਹਨਾਂ ਦੀ ਮਨਾਹੀ ਸੀ। ਪਬਲਿਕ ਪਲੇਸਿਸ ਤੋਂ ਇਹ ਪਾਣੀ ਨਹੀਂ ਸੀ ਲੈ ਸਕਦੇ ਜਿੱਥੋਂ ਆਮ ਲੋਕ ਪਾਣੀ ਲੈਂਦੇ ਹੈਗੇ ਆ। ਯਾਨੀ ਕਿ ਬਹੁਤ ਜ਼ਿਆਦਾ ਵਿਤਕਰਾ ਇਹਨਾਂ ਦੇ ਨਾਲ ਹੋ ਰਿਹਾ ਸੀ ਸਮਾਜਿਕ ਤੌਰ 'ਤੇ। ਔਰ ਫਿਰ ਇਹ ਬੀੜਾ ਜਿਹੜਾ ਹੈ, ਇਹ ਪ੍ਰਮਾਤਮਾ ਨੇ ਆਪਣਾ ਇੱਕ ਪ੍ਰਤੀਨਿਧੀ ਭੇਜਿਆ, ਤੁਸੀਂ ਕਹਿ ਸਕਦੇ ਹੋ, ਯਦਾ ਯਦਾ ਹੀ ਧਰਮਸਯ ਗਲਾਨਿਰਭਵਤੀ ਭਾਰਤ। ਉਸੇ ਹਿਸਾਬ ਦੇ ਨਾਲ ਡਾਕਟਰ BR ਅੰਬੇਦਕਰ ਦਾ ਜਨਮ ਮਹੂ ਦੇ ਵਿੱਚ ਹੋਇਆ, ਮੱਧ ਪ੍ਰਦੇਸ਼ ਦੇ ਵਿੱਚ। ਔਰ 1891 ਦੇ ਵਿੱਚ ਅੱਜ ਦੇ ਦਿਨ ਹੀ ਉਹਨਾਂ ਦੇ ਜਿਹੜੇ ਪਿਤਾ ਜੀ ਸੀ, ਰਾਮ ਜੀ ਮਾਲੋ ਜੀ, ਸਕਪਾਲ ਇਹਨਾਂ ਦੀ ਜਾਤ ਸੀਗੀ, ਵੈਸੇ ਮਹਾਰ ਜਾਤੀ ਨਾਲ ਸੰਬੰਧਿਤ ਰੱਖਦੇ ਸੀਗੇ। ਇੱਕ ਮੈਂ ਗੱਲ ਬੜੀ ਇੰਪੋਰਟੈਂਟ ਇਹ ਦੱਸਣਾ ਚਾਹੁੰਦਾ ਕਿ ਜਦੋਂ ਡਾਕਟਰ ਅੰਬੇਦਕਰ ਦਾ ਜਨਮ ਹੋਇਆ, ਇਹ ਬਹੁਤ ਘੱਟ ਲੋਕਾਂ ਨੂੰ ਇਹਦਾ ਗਿਆਨ ਹੋਏਗਾ, ਮਹਾਰ ਜਾਤੀ ਨੂੰ ਵੀ ਡਿਸਬੈਂਡ ਕਰ ਦਿੱਤਾ ਸੀ। ਆਰਮੀ ਦੇ ਵਿੱਚ ਇਹਨਾਂ ਦੀ ਭਰਤੀ ਨਹੀਂ ਸੀ ਹੋ ਸਕਦੀ। ਅੱਛਾ, ਹਾਂ, ਇਹ ਬਹੁਤ ਵੱਡੀ ਗੱਲ ਹੈਗੀ ਹੈ। ਔਰ ਦੂਸਰਾ ਇਹ ਹੈ ਕਿ ਕੁਝ ਬ੍ਰਾਹਮਣ ਕਮਿਊਨਿਟੀ ਦੇ ਲੋਕ ਵੀ ਇਹ ਗੱਲ ਨੂੰ ਸਮਝ ਰਹੇ ਸੀਗੇ ਕਿ ਜਿਹੜੇ ਸਾਹਿਤ ਦੀ ਅਸੀਂ ਗੱਲ ਕਰਦੇ ਹਾਂ, ਜਿਹੜੀ ਸੁਤੰਤਰਤਾ ਸਮਾਨਤਾ ਦੀ ਗੱਲ ਕਰਦੀ ਹੈ, ਵੇਦਾਂ ਦੀ ਗੱਲ ਕਰਦੇ ਹਾਂ, ਉਸ ਦੇ ਉੱਤੇ ਲੋਕ ਚੱਲ ਨਹੀਂ ਰਹੇ। ਜਿਸ ਤਰ੍ਹਾਂ RG ਭੰਡਾਰਕਰ ਸੀਗੇ ਔਰ ਇਸੇ ਤਰੀਕੇ ਦੇ ਨਾਲ ਅਗਰਕਰ ਸੀਗੇ ਬੰਬਈ ਦੇ ਵਿੱਚ, ਜਾਂ ਫਿਰ ਜਿਹੜੇ ਹੋਰ ਇੱਕ ਜੱਜ ਸੀਗੇ ਉਸ ਵੇਲੇ ਦੇ, ਗੋਪਾਲ ਕ੍ਰਿਸ਼ਨ, ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਅਨਟੱਚੇਬਲਸ ਨੂੰ, ਅਛੂਤ ਲੋਕਾਂ ਨੂੰ, ਉਹਨਾਂ ਦਾ ਸਟੇਟਸ ਜਿਹੜਾ ਹੈ ਸੋਸਾਇਟੀ ਦੇ ਵਿੱਚ ਰਿਸਟੋਰ ਕੀਤਾ ਜਾਏ। ਲੇਕਿਨ ਇਹ ਸਭ ਕੁਝ ਇਨਕੰਪਲੀਟ ਸੀਗਾ। ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀਗਾ
ਕਿ 1891 ਚ ਇਹਨਾਂ ਦਾ ਜਨਮ ਹੋਇਆ। 3 ਸਾਲ ਦੇ ਬਾਅਦ ਇਹਨਾਂ ਦੇ ਫਾਦਰ ਜਿਹੜੇ ਹੈ ਉਹ ਆਰਮੀ ਤੋਂ ਰਿਟਾਇਰ ਹੋ ਗਏ ਜੀ। ਆਰਮੀ ਦੇ ਵਿੱਚ ਸੂਬੇਦਾਰ ਦਾ ਪਦ ਉਹਨਾਂ ਕੋਲ ਸੀਗਾ। ਵੈਸੇ ਆਰਮੀ ਸਕੂਲ ਦੇ ਉਹ ਹੈਡਮਾਸਟਰ ਸੀਗੇ। ਇਸ ਚੀਜ਼ ਬਾਰੇ ਵੀ ਲੋਕਾਂ ਨੂੰ ਘੱਟ ਪਤਾ ਹੈਗਾ। ਉਹ ਆਪਣੇ ਪੁਰਾਣੇ ਪਿੰਡ ਜਿਹੜਾ ਹੈ ਅੰਬਾਵਾੜੇ ਰਤਨਾਗਰੀ ਡਿਸਟ੍ਰਿਕਟ ਦੇ ਵਿੱਚ ਉੱਥੇ ਵਾਪਸ ਆ ਗਏ 3 ਸਾਲ ਦੇ ਬਾਅਦ, ਯਾਨੀ ਕਿ 1894 ਦੇ ਵਿੱਚ। ਔਰ 3 ਸਾਲ ਦੇ ਬਾਅਦ ਕਿਉਂਕਿ ਇਸ ਦੌਰਾਨ ਫਿਰ ਉਹਨਾਂ ਦੇ ਮਦਰ ਦੀ ਵੀ ਡੈਥ ਹੋ ਗਈ, ਉਹ ਫਿਰ ਬੰਬਈ ਆ ਗਏ। ਬੰਬਈ ਦੇ ਵਿੱਚ ਸਨ 1900 ਦੇ ਵਿੱਚ ਅੰਬੇਦਕਰ ਨੇ 7 ਅਪ੍ਰੈਲ ਨੂੰ, ਸ਼ਾਇਦ ਉਸ ਵੇਲੇ ਵੀ ਵਿਸ਼ਾਖ ਦਾ ਮਹੀਨਾ ਹੋਏਗਾ, 7 ਅਪ੍ਰੈਲ ਨੂੰ ਉਹਨਾਂ ਨੇ ਸਕੂਲ ਜਿਹੜਾ ਹੈ ਉਹ ਜੁਆਇਨ ਕੀਤਾ। ਸਕੂਲ ਦੇ ਬਾਅਦ ਉਹ ਐਲਫਿੰਸਟਨ ਸਕੂਲ ਦੇ ਵਿੱਚ ਪੜ੍ਹੇ। ਐਲਫਿੰਸਟਨ ਸਕੂਲ ਤੋਂ ਬਾਅਦ ਐਲਫਿੰਸਟਨ ਕਾਲਜ ਦੇ ਵਿੱਚ ਆਏ, ਪਹਿਲੇ ਇੰਟਰ ਕੀਤਾ, ਫਿਰ ਗ੍ਰੈਜੂਏਸ਼ਨ ਕੀਤੀ। ਹਿਸਟਰੀ, ਪੋਲੀਟੀਕਲ ਸਾਇੰਸ, ਐਂਥਰੋਪੋਲੋਜੀ, ਸੋਸ਼ੋਲੋਜੀ, ਇਸ ਤਰ੍ਹਾਂ ਦੇ ਜਿੰਨੇ ਸਬਜੈਕਟ ਹੈਗੇ ਆ ਉਹਨਾਂ ਨੇ ਸਟੱਡੀ ਕੀਤੀ। ਔਰ ਉਸ ਤੋਂ ਬਾਅਦ 1913 ਦੇ ਵਿੱਚ ਉਹਨਾਂ ਨੂੰ ਬੜੌਦਾ ਗਵਰਨਮੈਂਟ ਦਾ ਵਜ਼ੀਫਾ ਜਿਹੜਾ ਹੈ ਉਹ ਮਿਲ ਗਿਆ। ਸਾਏ ਜੀ ਰਾਓ ਗਾਇਕਵਾੜ ਜਿਹੜੇ ਸੀਗੇ ਉਹਨਾਂ ਨੇ ਇੱਕ ਪ੍ਰਪੋਜ਼ਲ ਰੱਖੀ ਸੀਗੀ, ਜਿਹੜਾ ਸਭ ਤੋਂ ਲਾਇਕ ਬੱਚਾ ਹੈ ਉਸ ਨੂੰ ਅਮਰੀਕਾ ਭੇਜਿਆ ਜਾਏਗਾ, ਪ੍ਰਿੰਸਟਨ ਯੂਨੀਵਰਸਿਟੀ। ਤੋ ਇਹ ਫਿਰ 1913 ਦੇ ਵਿੱਚ ਪ੍ਰਿੰਸਟਨ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਦੇ ਲਈ ਚਲੇ ਗਏ। ਮਹਾਰ ਕਮਿਊਨਿਟੀ ਚੋਂ ਔਰ ਲੋ ਕਾਸਟ ਦੇ ਵਿੱਚੋਂ ਸ਼ਾਇਦ ਇਹ ਪਹਿਲੇ ਇਨਸਾਨ ਸੀਗੇ ਜੀ ਜਿਨ੍ਹਾਂ ਦੀ ਇਹ ਸਿਲੈਕਸ਼ਨ ਹੋਈ ਸੀਗੀ। ਸ਼ੁਰੂ ਦੇ ਵਿੱਚ ਹੀ ਇਹ ਇੰਨੇ ਕੁ ਜ਼ਿਆਦਾ ਪਿਆਰੇ ਔਰ ਨਿਡਰ, ਨਿਰਭੈ ਔਰ ਸਕਾਲਰਲੀ ਪਰਸਨੈਲਿਟੀ ਸੀ ਇਹਨਾਂ ਦੀ ਕਿ ਇਹਨਾਂ ਦੇ ਗੁਰੂ ਜਿਹੜੇ ਐਕਚੁਅਲੀ ਬ੍ਰਾਹਮਣ ਸੀਗੇ, ਉਹਨਾਂ ਦਾ ਨਾਮ ਸੀ ਮਹਾਦੇਵ ਅੰਬੇਡਕਰ ਜੀ। ਉਹਨਾਂ ਨੇ ਆਪਣਾ ਨਾਮ ਅੰਬੇਡਕਰ ਜਿਹੜਾ ਹੈ ਉਹਨਾਂ ਨੂੰ ਦੇ ਦਿੱਤਾ, ਨਹੀਂ ਤਾਂ ਇਹਨਾਂ ਦੇ ਨਾਮ ਦੇ ਨਾਲ ਅੰਬਾ ਵਾਡੇਕਰ ਹੋਰ ਕਈ ਕੁਝ ਜੁੜਦਾ ਸੀਗਾ। ਸਕੂਲ ਦੇ ਵਿੱਚ ਰਹਿੰਦੇ ਹੋਏ ਉਹਨਾਂ ਨੇ ਸਮਾਜਿਕ ਵਿਤਕਰਿਆਂ ਨੂੰ ਫੇਸ ਕੀਤਾ ਔਰ ਬਾਅਦ ਦੇ ਵਿੱਚ ਜਦੋਂ ਅਮਰੀਕਾ ਗਏ ਹੈ ਉੱਥੇ ਜਾ ਕੇ ਇਹਨਾਂ ਨੇ 1923 ਦੇ ਵਿੱਚ ਪਹਿਲੀ PhD, 1927 ਦੇ ਵਿੱਚ ਦੂਸਰੀ PhD, ਕਿਉਂਕਿ ਬਾਅਦ ਦੇ ਵਿੱਚ ਉਹ ਇੰਗਲੈਂਡ ਵੀ ਗਏ। 3 ਸਾਲ ਉਹ ਅਮਰੀਕਾ ਦੇ ਵਿੱਚ ਰਹੇ। ਫਿਰ ਇਹਨਾਂ ਨੂੰ ਕਿਉਂਕਿ ਫਾਈਨੈਂਸ਼ੀਅਲ ਪ੍ਰੋਬਲਮ ਸੀਗੀਆਂ, ਉਹ ਵਾਪਸ ਆ ਗਏ। ਇੱਕ ਵਾਰੀ ਫਿਰ ਉਹ ਦੁਬਾਰਾ ਕੋਲਾਪੁਰ ਦੇ ਮਹਾਰਾਜਾ ਜਿਹੜੇ ਸੀ ਸ਼ਾਹੂ ਜੀ ਮਹਾਰਾਜ, ਉਹਨਾਂ ਦੇ ਵਜ਼ੀਫੇ ਤੇ ਔਰ ਇੱਕ ਦੋਸਤ ਦੀ ਮਦਦ ਦੇ ਨਾਲ ਇਹ ਉਹ ਦੁਬਾਰਾ ਉੱਥੇ ਗਏ। ਯਾਨੀ ਕਿ ਤੁਸੀਂ ਇਹ ਕਹਿ ਸਕਦੇ ਹੋ ਕਿ 20ਵੀਂ ਸ਼ਤਾਬਦੀ ਦੇ ਜਿੰਨੇ ਵੀ ਵੱਡੇ ਵੱਡੇ ਸਟਾਲਵਰਟਸ, ਜਿੰਨੇ ਵੱਡੇ ਵੱਡੇ ਨੇਤਾ ਹੈ, ਰਾਜਨੇਤਾ ਹੈ, ਸੋਸ਼ਲ ਰਿਫਾਰਮਰ ਹੈ, ਉਹਨਾਂ ਚੋਂ ਇਹ ਇਕੱਲੇ ਹੀ ਐਸੇ ਸੀ ਜਿਹੜੇ ਸਭ ਤੋਂ ਜ਼ਿਆਦਾ ਐਜੂਕੇਟਿਡ ਸੀਗੇ। 9 ਦੇ ਕਰੀਬ ਇਹਨਾਂ ਨੂੰ ਭਾਸ਼ਾਵਾਂ ਆਉਂਦੀਆਂ ਸੀ, 32 ਦੇ ਕਰੀਬ ਇਹਨਾਂ ਕੋਲ ਡਿਗਰੀਆਂ ਸੀਗੀਆਂ, 2 ਤੇ PhD ਇਹਨਾਂ ਕੋਲ ਵੈਸੇ ਸੀ, ਇੱਕ ਲੰਡਨ ਦੀ, ਇੱਕ ਉੱਥੇ ਦੀ। ਔਰ ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਇਹ ਲੰਡਨ ਸਕੂਲ ਆਫ ਇਕਨੋਮਿਕਸ ਦੇ ਵਿਦਿਆਰਥੀ ਬਣੇ ਹੈਗੇ ਆ ਜੀ, ਤੇ ਉਸ ਵੇਲੇ ਇਹਨਾਂ ਨੇ ਗ੍ਰੇਜ਼ ਇਨ ਨੂੰ ਵੀ ਜੁਆਇਨ ਕਰ ਲਿਆ, ਜਿੱਥੇ ਲਾਅ ਕੀਤਾ ਜਾ ਸਕਦਾ ਸੀ, ਕਾਨੂੰਨ ਦੀ ਸਿੱਖਿਆ ਜਿੱਥੇ ਪ੍ਰਾਪਤ ਕੀਤੀ ਜਾ ਸਕਦੀ ਸੀ। ਔਰ ਇੱਕ ਹੋਰ ਬੜੀ ਮਜ਼ੇਦਾਰ ਗੱਲ ਹੈ ਕਿ ਗ੍ਰੇਜ਼ ਇਨ 600 ਸਾਲ ਤੋਂ ਜ਼ਿਆਦਾ ਪੁਰਾਣਾ ਇੰਸਟੀਚਿਊਟ ਉੱਥੇ ਐਸਟੈਬਲਿਸ਼ ਹੋਇਆ ਦਾ ਹੈ ਔਰ ਦੁਨੀਆ ਦੇ ਵੱਡੇ ਵੱਡੇ ਬੰਦੇ ਗ੍ਰੇਜ਼ ਇਨ ਨੇ ਪੈਦਾ ਕੀਤੇ ਦੇ ਹੈ। ਔਰ ਸਾਡੇ ਲਈ ਇਹ ਮਾਣ ਦੀ ਗੱਲ ਹੈ, ਹਿੰਦੁਸਤਾਨ ਵਾਲਿਆਂ ਲਈ, ਭਾਰਤ ਵਾਲਿਆਂ ਲਈ, ਕਿ ਗ੍ਰੇਜ਼ ਇਨ ਦੇ ਵਿੱਚ ਇੱਕ ਪੂਰਾ ਕਮਰਾ ਜਿਹੜਾ ਹੈ ਉਹ ਅੰਬੇਦਕਰ ਜੀ ਦੇ ਨਾਂ ਨੂੰ ਡੈਡੀਕੇਟ ਕੀਤਾ ਹੈ। ਵਾਹ। ਕਿਉਂਕਿ ਗ੍ਰੇਜ਼ ਇਨ ਤੋਂ ਹੀ ਉਹਨਾਂ ਨੇ ਬਾਰ ਐਟ ਲਾਅ ਦਾ ਜਿਹੜਾ ਕੋਰਸ ਹੈ ਉਹ ਕੀਤਾ ਸੀ। DSc ਪਹਿਲੇ ਕੀਤੀ ਔਰ ਇਕਨੋਮਿਕਸ ਦੇ ਉਹ ਮਾਹਿਰ ਸੀਗੇ। 1 ਸਾਲ ਉਹ ਜਰਮਨੀ ਦੇ ਵਿੱਚ ਵੀ ਪੜ੍ਹੇ। ਸੋ ਇਸ ਤਰ੍ਹਾਂ ਉਹਨਾਂ ਦਾ ਜਿਹੜਾ ਸਾਰਾ ਸ਼ੈਕਸ਼ਨਿਕ ਐਜੂਕੇਸ਼ਨਲ ਕੈਰੀਅਰ ਹੈ ਉਹ ਸਫਲਤਾਵਾਂ ਦੇ ਨਾਲ ਭਰਿਆ ਦਾ ਹੈ। ਉਹ ਨਾਲ ਹੀ ਨਾਲ ਸਮਾਜਿਕ ਵਿਸ਼ਮਤਾਵਾਂ ਦੇ ਨਾਲ ਭਰਿਆ ਦਾ ਹੈ। ਔਰ ਤੁਸੀਂ ਇਹ ਕਹਿ ਸਕਦੇ ਹੋ ਕਿ ਜੋ ਉਹਨਾਂ ਨੇ ਪੜ੍ਹਿਆ ਔਰ ਜੋ ਉਹਨਾਂ ਨੇ ਸਮਝਿਆ ਉਸ ਨੂੰ ਉਹਨਾਂ ਨੇ ਹਿੰਦੁਸਤਾਨ ਦੇ ਵਿੱਚ ਇੱਕ ਪ੍ਰੈਕਟੀਕਲ ਸ਼ੇਪ ਦੇਣ ਦੀ ਕੋਸ਼ਿਸ਼ ਕੀਤੀ। ਕਿਉਂਕਿ ਪੱਛਮ ਦੇ ਵਿੱਚ ਲਿਬਰਟੀ, ਇਕੁਆਲਿਟੀ, ਫਰਟਰਨਿਟੀ ਦੇ ਪ੍ਰਿੰਸੀਪਲਸ ਬਹੁਤ ਤੇਜ਼ੀ ਨਾਲ ਚੱਲਦੇ ਸੀਗੇ। ਪ੍ਰਜਾਤੰਤਰਾਤਮਕ ਢਾਂਚਾ ਸੀ ਜਿਸ ਦੇ ਵਿੱਚ ਡਾਕਟਰ ਅੰਬੇਦਕਰ ਜੀ ਦਾ ਪੂਰਾ ਵਿਸ਼ਵਾਸ ਸੀ। ਸੋ ਇਹ ਸਾਰੇ ਸਿਧਾਂਤਾਂ ਨੂੰ ਲੈ ਕੇ ਉਹ ਹਿੰਦੁਸਤਾਨ 'ਚ ਰਹੇ ਔਰ ਇੱਥੇ ਉਹਨਾਂ ਨੇ ਬਹੁਤ ਸਾਰੇ ਫਿਰ ਅੰਦੋਲਨ ਵੀ ਚਲਾਏ ਔਰ ਬਹੁਤ ਕੁਝ ਹੋਰ ਵੀ ਕੀਤਾ, ਜਿਹਦੇ ਨਾਲ ਅੱਜ ਦਲਿਤ ਵਰਗ, ਦਲਿਤ ਸਮਾਜ ਕੀ ਪੂਰਾ ਹਿੰਦੁਸਤਾਨ ਜਿਹੜਾ ਹੈ ਉਹਨਾਂ ਤੇ ਗਰਵ ਮਹਿਸੂਸ ਕਰਦਾ ਹੈ। ਜਦੋਂ ਉਹ ਇਹ ਸਾਰਾ ਅਨੁਭਵ ਲੈ ਕੇ ਭਾਰਤ ਆਉਂਦੇ ਨੇ, ਉਸ ਵਕਤ ਇੱਥੇ ਆਜ਼ਾਦੀ ਦੀ ਲੜਾਈ ਚੱਲ ਰਹੀ ਹੈ ਔਰ ਸਾਰੇ ਨੇਤਾ, ਰਾਜਨੇਤਾ ਬ੍ਰਿਟਿਸ਼ਰਸ ਦੇ ਖਿਲਾਫ ਉਹ ਸਾਰੀਆਂ ਮੂਵਮੈਂਟਸ ਚੱਲਦੀਆਂ ਪਈਆਂ ਨੇ। ਉਸ ਵੇਲੇ ਦੇ ਰਾਜਨੇਤਾ ਨੇ, ਉਸ ਵੇਲੇ ਦੇ ਮਾਹੌਲ ਨੇ, ਰਾਜਨੀਤੀ ਨੇ ਔਰ ਜੋ ਅੰਦੋਲਨ ਚੱਲ ਰਿਹਾ ਹੈ ਆਜ਼ਾਦੀ ਨੂੰ ਲੈ ਕੇ, ਇਹਨਾਂ ਨੂੰ ਕਿੱਦਾਂ ਸਵੀਕਾਰ ਕੀਤਾ, ਕਿੰਨਾ ਕੁ ਸਵੀਕਾਰ ਕੀਤਾ, ਕਿੰਨੀ ਇਹਨਾਂ ਨੂੰ ਜਦੋਜਹਿਦ ਕਰਨੀ ਪਈ? ਕਿਉਂਕਿ ਭਾਰਤ ਦੇ ਅੰਦਰ
ਜੋ ਉਸ ਵਕਤ ਸਮਾਜ ਦੀ ਵਿਵਸਥਾ ਸੀ, ਛੂਆ-ਛੂਤ, ਊਚ ਨੀਚ, ਇਹ ਸਭ ਬੁਰਾਈਆਂ ਸੀ, ਇਹਨਾਂ ਦਾ ਇਹ ਸਾਰਾ ਕੰਮ ਸਮਾਜਿਕ ਸੁਧਾਰਾਂ ਵਾਸਤੇ ਕਿੰਨਾ ਕੁ ਸਵੀਕਾਰ ਹੋਏ? ਦੇਖੋ, ਇੱਕ ਬੜੀ ਸਪਸ਼ਟ ਜੀ ਗੱਲ ਹੈ ਕਿ ਭਾਰਤ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਕਈ ਤਰ੍ਹਾਂ ਦੀਆਂ ਮੁਹਿੰਮ ਚੱਲ ਰਹੀਆਂ ਸੀਗੀਆਂ ਜੀ। ਕੁਝ ਸਾਡੇ ਕ੍ਰਾਂਤੀਕਾਰੀ ਵਰਗ ਦੇ ਸੀਗੇ, ਇੰਡੀਅਨ ਨੈਸ਼ਨਲ ਕਾਂਗਰਸ ਬਣ ਚੁੱਕੀ ਸੀ, ਉਹਨਾਂ ਦੇ ਵਿੱਚ ਵੀ ਬਹੁਤ ਪਹਿਲੇ ਇੱਕ ਨਰਮ ਦਲ ਸੀ ਜਿਸ ਦੇ ਲੀਡਰ ਸੀਗੇ ਗੋਪਾਲ ਕ੍ਰਿਸ਼ਨ ਗੋਖਲੇ ਜਾਂ ਡੀ.ਈ. ਵਾਚਾ ਔਰ ਹੋਰ ਇਸ ਤਰ੍ਹਾਂ ਦੇ ਲੋਕ, ਔਰ ਇਸੇ ਤਰੀਕੇ ਦੇ ਨਾਲ ਇੱਕ ਗਰਮ ਦਲ ਸੀ ਜਿਹਦੇ ਬਾਲ ਗੰਗਾਧਰ ਤਿਲਕ, ਬਿਪਨ ਚੰਦਰ ਪਾਲ, ਲਾਲਾ ਲਾਜਪਤ ਰਾਏ ਲੀਡਰ ਸੀਗੇ। ਲੇਕਿਨ ਇਸ ਦੇ ਨਾਲ ਇੱਕ ਹੋਰ ਵਰਗ ਚੱਲ ਰਿਹਾ ਸੀ ਜਿਹੜਾ ਮਹਿਸੂਸ ਕਰਦਾ ਸੀ ਕਿ ਭਾਰਤ ਨੂੰ ਆਜ਼ਾਦ ਕਰਨਾ ਤੇ ਜ਼ਰੂਰੀ ਹੈ, ਲੇਕਿਨ ਭਾਰਤ ਨੂੰ ਅਸਲੀ ਆਜ਼ਾਦੀ ਉਦੋਂ ਮਿਲੇਗੀ ਜਦੋਂ ਇੱਥੇ ਸਮਾਜਿਕ ਵਿਤਕਰੇ ਜਿਹੜੇ ਹੈ ਉਹ ਖਤਮ ਹੋਣਗੇ। ਹਾਂਜੀ। ਪਰ ਸਮਾਜਿਕ ਵਿਤਕਰਿਆਂ ਨੂੰ ਕੌਣ ਖਤਮ ਕਰੇਗਾ? ਜਿਹੜੇ ਲੋਕ ਪਾਵਰ ਦੇ ਵਿੱਚ ਹੈ ਅੱਜ ਉਹ ਚਲੇ ਜਾਣਗੇ, ਉਹਦੀ ਜਗ੍ਹਾ ਦੇ ਉੱਤੇ ਜਿਹੜੇ ਲੋਕ ਨਵੇਂ ਪਾਵਰ ਦੇ ਵਿੱਚ ਆਣਗੇ ਉਹਨਾਂ ਦੇ ਹੀ ਸਮਾਜ ਦੇ ਵਿੱਚ ਵਿਤਕਰਾ ਹੈ। ਇਸ ਕਰਕੇ ਡਾਕਟਰ B.R. ਅੰਬੇਦਕਰ ਦਾ ਇਹ ਵਿਊ ਪੁਆਇੰਟ ਸੀਗਾ ਕਿ ਸਭ ਤੋਂ ਪਹਿਲੇ ਸਮਾਜਿਕ ਤੌਰ ਤੇ ਇੱਕ ਰਸਤਾ ਔਰ ਇੱਕ ਕਿਸਮ ਦੀ ਇੱਕ ਨਵਾਂ ਦ੍ਰਿਸ਼ਟੀਕੋਣ ਸਮਾਜ ਦੇ ਵਿੱਚ ਪੈਦਾ ਕੀਤਾ ਜਾਏ ਜਿਹਦੇ ਵਿੱਚ ਸਾਰੇ ਵਰਗਾਂ ਦੀ ਬਰਾਬਰੀ ਜਿਹੜੀ ਹੈ ਉਹ ਸਾਬਿਤ ਕੀਤੀ ਜਾਏ। ਮੈਂ ਇਸ ਬਾਰੇ ਇੱਕ ਹੋਰ ਨਵਾਂ ਇਤਿਹਾਸਿਕ ਫੈਕਟ ਤੁਹਾਨੂੰ ਦੱਸਣਾ ਚਾਹੁੰਦਾ ਜਿਹਦੇ ਬਾਰੇ ਘੱਟ ਲੋਕਾਂ ਨੂੰ ਪਤਾ ਹੈ। 1930 ਦੇ ਵਿੱਚ ਪਹਿਲੀ ਵਾਰੀ ਡਾਕਟਰ B.R. ਅੰਬੇਦਕਰ ਨੇ ਇਹ ਕਿਹਾ ਸੀਗਾ ਕਿ ਭਾਰਤ ਨੂੰ ਆਜ਼ਾਦੀ ਦੀ ਜ਼ਰੂਰਤ ਹੈ, ਕੰਪਲੀਟ ਇੰਡੀਪੈਂਡੈਂਸ ਦੀ ਜ਼ਰੂਰਤ ਹੈ। ਇਹ 1930 ਦੇ ਵਿੱਚ ਇਹ ਕਿਹਾ ਗਿਆ, ਕਿਉਂਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਡਾਕਟਰ ਅੰਬੇਦਕਰ ਦਾ ਕੋਈ ਰਾਜਨੀਤਿਕ ਤੌਰ ਤੇ ਇੰਨਾ ਜ਼ਿਆਦਾ ਯੋਗਦਾਨ ਨਹੀਂ ਰਿਹਾ, ਕਿਉਂਕਿ ਇਹ ਵਾਈਸਰਾਏ ਐਗਜ਼ੈਕਟਿਵ ਕਾਉਂਸਲ ਦੇ ਮੈਂਬਰ ਵੀ ਰਹੇ ਔਰ ਹੋਰ ਵੀ ਬਹੁਤ ਤਰੀਕੇ ਦੇ ਨਾਲ ਉਹ ਬ੍ਰਿਟਿਸ਼ ਗਵਰਨਮੈਂਟ ਦੇ ਨਾਲ ਜੁੜੇ ਰਹੇ। ਜਿਸ ਤਰ੍ਹਾਂ ਸਾਊਥ ਬੈਰੋ ਕਮੇਟੀ ਜਦੋਂ ਬਣੀ ਹੈਗੀ ਹੈ 1919 ਦੇ ਮੌਂਟੇਗ ਚੈਮਸਫੋਰਡ ਸੁਧਾਰਾਂ ਤੋਂ ਪਹਿਲੇ, ਤੇ ਉਹਦੇ ਵਿੱਚ ਵੀ ਉਹਨਾਂ ਨੇ ਆਪਣਾ ਦ੍ਰਿਸ਼ਟੀਕੋਣ ਪੇਸ਼ ਕੀਤਾ। ਬਾਅਦ ਦੇ ਵਿੱਚ ਸਾਈਮਨ ਕਮਿਸ਼ਨ ਆਇਆ ਤੇ ਇੱਕ ਪਾਸੇ ਤੇ ਸਾਈਮਨ ਕਮਿਸ਼ਨ ਗੋ ਬੈਕ ਦਾ ਲੱਗ ਰਿਹਾ ਸੀਗਾ, ਦੂਸਰੇ ਪਾਸੇ ਸਾਈਮਨ ਕਮਿਸ਼ਨ 'ਚ ਡਿਪਰੈਸਡ ਕਾਸਟਸ ਦਾ, ਦਲਿਤ ਵਰਗ ਦਾ ਕੇਸ ਰਿਪਰੈਜ਼ੈਂਟ ਕਰਨ ਲਈ ਵੀ ਅੰਬੇਦਕਰ ਜੀ ਮੋਹਰੇ ਹੋਏ ਜੀ। ਔਰ ਇਸੇ ਤਰੀਕੇ ਦੇ ਨਾਲ ਜਦੋਂ ਭਾਰਤ ਛੋੜੋ ਅੰਦੋਲਨ ਹੋਇਆ ਔਰ ਉਸ ਤੋਂ ਪਹਿਲੇ ਜਿਹੜੀਆਂ ਇਹ 3 ਗੋਲਮੇਜ ਕਾਨਫਰੰਸਾਂ ਹੋਈਆਂ, ਕਿਉਂਕਿ ਜਿਹੜੀਆਂ 3 ਗੋਲਮੇਜ ਕਾਨਫਰੰਸਾਂ 1930, 1931 ਔਰ 1932 ਦੇ ਵਿੱਚ ਹੋਈ, ਬਾਕੀ ਵਰਗਾਂ ਨੇ ਔਰ ਬਾਕੀ ਜਿਹੜੇ ਰਾਜਨੀਤਿਕ ਦਲ ਹੈ ਉਹਨਾਂ ਨੇ ਤੇ ਜਿੱਦਾਂ ਇੰਡੀਅਨ ਨੈਸ਼ਨਲ ਕਾਂਗਰਸ ਨੇ ਪਹਿਲੇ ਸੈਸ਼ਨ ਦਾ ਬਹਿਸ਼ਕਾਰ ਕੀਤਾ ਲੰਡਨ 'ਚ, ਕਿਉਂਕਿ ਇੱਥੇ ਸਵਿਨੈ ਅਵਗਿਆ ਅੰਦੋਲਨ ਜਿਹੜਾ ਡਾਂਡੀ ਮਾਰਚ ਹੈ ਉਹ ਸ਼ੁਰੂ ਹੋ ਚੁੱਕਾ ਸੀਗਾ। ਔਰ ਇਸੇ ਤਰੀਕੇ ਦੇ ਨਾਲ 1931 ਦੇ ਵਿੱਚ ਮਹਾਤਮਾ ਗਾਂਧੀ ਇਸੇ ਗੋਲਮੇਜ ਕਾਨਫਰੰਸ ਤੇ ਗਏ, ਲੇਕਿਨ 1932 ਦੀ ਕਾਨਫਰੰਸ ਨੂੰ ਇੱਕ ਵਾਰੀ ਫਿਰ ਨੈਸ਼ਨਲ ਲੈਵਲ ਦੇ ਉੱਤੇ ਰਿਜੈਕਟ ਕੀਤਾ ਗਿਆ। ਪਰ ਡਾਕਟਰ B.R. ਅੰਬੇਦਕਰ ਪਹਿਲੀ, ਦੂਸਰੀ ਔਰ ਤੀਸਰੀ ਇਹ ਤਿੰਨਾਂ ਕਾਨਫਰੰਸਿਸ ਦੇ ਵਿੱਚ ਗਏ ਔਰ ਇਹਨਾਂ ਨੇ ਆਪਣਾ ਦ੍ਰਿਸ਼ਟੀਕੋਣ ਜਿਹੜਾ ਹੈ ਉਹ ਅੰਗਰੇਜ਼ੀ ਸਰਕਾਰ ਦੇ ਸਾਹਮਣੇ ਰੱਖਿਆ ਜੀ। ਔਰ ਸਰਕਾਰ ਨੇ ਇਹਨਾਂ ਦੇ ਕਈ ਮੁਤਾਬਕ ਕਮਿਊਨਲ ਅਵਾਰਡ, ਜਿਹਨੂੰ ਸਰ ਰੈਮਜ਼ੇ ਮੈਕਡੋਨਲਡ ਅਵਾਰਡ ਕਹਿੰਦੇ ਹੈ, ਉਹ ਵੀ ਦਿੱਤਾ। ਪਰ ਤੁਸੀਂ ਇਹ ਸਮਝ ਸਕਦੇ ਹੋ ਕਿ ਇਸ ਦੇ ਖਿਲਾਫ ਮਹਾਤਮਾ ਗਾਂਧੀ ਜੀ ਨੇ ਇੱਕ ਵਰਤ ਰੱਖਿਆ, ਫਾਸਟ ਰੱਖਿਆ ਔਰ ਫਿਰ ਇੱਕ ਸਮਝੌਤਾ ਹੋਇਆ ਡਾਕਟਰ ਅੰਬੇਦਕਰ ਔਰ ਮਹਾਤਮਾ ਗਾਂਧੀ ਜੀ ਦੇ ਦਰਮਿਆਨ, ਜਿਸ ਨੂੰ ਅਸੀਂ ਪੂਨਾ ਪੈਕਟ ਕਹਿੰਦੇ ਆ, ਜਿਹਦੇ ਮੁਤਾਬਕ ਕਨਸਟੀਟਿਊਸ਼ਨਲ ਲੈਵਲ ਦੇ ਉੱਤੇ ਇਹ ਜਿਹੜੇ ਦਲਿਤ ਪੀੜਿਤ ਵਰਗ ਹੈਗੇ ਆ ਇਹਨਾਂ ਦੀਆਂ ਸੀਟਾਂ ਨੂੰ ਜ਼ਿਆਦਾ ਕਰਨ ਦਾ ਫੈਸਲਾ ਕੀਤਾ ਗਿਆ। ਬੇਸ਼ੱਕ ਅੰਗਰੇਜ਼ ਚਾਹੁੰਦੇ ਸੀਗੇ ਕਿ ਇਹ ਸਾਰੇ ਲੋਕ ਡਿਵਾਈਡ ਹੋ ਜਾਣ, ਅਲੱਗ-ਅਲੱਗ ਹੋ ਜਾਣ, ਔਰ ਅੰਬੇਦਕਰ ਨੇ ਜੁਆਇੰਟ ਇਲੈਕਟੋਰੇਟਸ ਦੇ ਵਿੱਚ ਹੀ ਇਸ ਚੀਜ਼ ਨੂੰ ਉਸ ਵੇਲੇ ਐਕਸੈਪਟ ਕਰ ਲਿੱਤਾ। ਸੋ ਆਜ਼ਾਦੀ ਦੀ ਲੜਾਈ ਦੇ ਵਿੱਚ ਇਹਨਾਂ ਦਾ ਯੋਗਦਾਨ ਇਸ ਕਰਕੇ ਸਮਝਿਆ ਜਾ ਸਕਦਾ ਹੈ ਕਿ ਇਹਨਾਂ ਨੇ ਇੱਕ ਅਲੱਗ ਲਾਈਨ ਅਡਾਪਟ ਕਰਕੇ ਦੇਸ਼ ਦੀ ਸਟਰੈਂਥ ਨੂੰ, ਦੇਸ਼ ਦੀ ਤਾਕਤ ਨੂੰ, ਦੇਸ਼ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕੀਤਾ ਔਰ ਇੱਕ ਸਸ਼ਕਤ ਭਾਰਤ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਦਿੱਤਾ। ਇਹਦੇ ਵਿੱਚ ਇੱਕ ਆਪਾਂ ਹੁਣ ਇੱਕ ਛੋਟਾ ਜਿਹਾ ਮੈਂ ਤੁਹਾਡੇ ਕੋਲ ਇਹਦੇ ਵਿੱਚ ਇੱਕ ਜਵਾਬ ਚਾਹਾਂਗਾ, ਕਿਉਂਕਿ ਫਿਰ ਅਗਲੇ ਵਿਸ਼ੇ ਤੇ ਆਪਾਂ ਜਾਣਾ ਹੈ ਜੋ ਕਿ ਵਿਸਾਖੀ ਦਾ ਹੈ। ਇਹ ਸਾਰਾ ਦ੍ਰਿਸ਼ਟੀਕੋਣ ਇਹਨਾਂ ਦਾ ਭਾਰਤ ਦੇ ਸੰਵਿਧਾਨ ਦੇ ਵਿੱਚ ਝਲਕਦਾ ਹੈ, ਜਿਸ ਨੂੰ ਅੱਜ ਅਸੀਂ ਆਪਣੇ ਦੇਸ਼ ਦਾ ਸੰਵਿਧਾਨ ਲੈ ਕੇ ਉਹਦੇ ਮੁਤਾਬਿਕ ਜੀਣਾ, ਉਹਦੇ ਮੁਤਾਬਿਕ ਸੋਚਣਾ, ਅਸੀਂ ਇਸ ਦਾ ਮਾਣ ਹਾਸਿਲ ਕਰਦੇ ਹਾਂ। ਸੰਵਿਧਾਨ ਬਾਰੇ ਇੱਕ ਛੋਟਾ ਜਿਹਾ ਜਵਾਬ ਤੁਹਾਡੇ ਕੋਲੋਂ ਚਾਹਾਂਗਾ, ਇਹਦੇ ਵਿੱਚ ਜਿਹੜਾ ਦ੍ਰਿਸ਼ਟੀਕੋਣ ਆਉਂਦਾ ਹੈ ਸਾਡੇ ਭਾਰਤ ਦੇ ਨਾਗਰਿਕਾਂ ਵਾਸਤੇ, ਦੇਸ਼ ਵਾਸਤੇ। ਦੇਖੋ, ਸੰਵਿਧਾਨ ਨਿਰਮਾਤਾ ਇਸੇ ਕਰਕੇ ਹੀ ਡਾਕਟਰ B.R. ਅੰਬੇਦਕਰ ਨੂੰ ਕਿਹਾ ਗਿਆ ਹੈ, ਕਿਉਂਕਿ ਕੌਂਸਟੀਟਿਊਐਂਟ ਅਸੈਂਬਲੀ ਦੇ ਜਿਹੜੇ ਪ੍ਰੈਜ਼ੀਡੈਂਟ ਸੀ ਉਹ ਤੇ ਡਾਕਟਰ ਰਾਜਿੰਦਰ ਪ੍ਰਸਾਦ ਸੀਗੇ,
ਲੇਕਿਨ ਅਸਲੀ ਜਿਹੜੀ ਗੱਲ ਹੈ ਉਹ ਡਰਾਫਟ ਕਰਨ ਦੀ ਹੈ। ਡਰਾਫਟਿੰਗ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਡਾਕਟਰ BR ਅੰਬੇਦਕਰ ਨੇ ਇਹ ਪੂਰੀ ਕੋਸ਼ਿਸ਼ ਕੀਤੀ ਕਿ ਭਾਰਤ ਦੀ ਪਰੰਪਰਾ ਚੋਂ ਔਰ ਵਿਦੇਸ਼ਾਂ ਦੇ ਜਿੰਨੇ ਵੀ ਸੰਵਿਧਾਨ ਹੈ ਉਹਨਾਂ ਸਾਰਿਆਂ ਚੋਂ ਜਿਹੜੇ ਬੈਸਟ ਪੁਆਇੰਟਸ ਹੈ ਉਹ ਲਿੱਤੇ ਜਾਣ। ਬੇਸ਼ੱਕ ਉਹ ਫੰਡਾਮੈਂਟਲ ਰਾਈਟਸ ਹੈ, ਬੇਸ਼ੱਕ ਉਹ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਹੈ, ਬੇਸ਼ੱਕ ਰਾਜ ਔਰ ਕੇਂਦਰ ਦੇ ਆਪਸੀ ਸੰਬੰਧ ਹੈ, ਜਾਂ ਹੋਰ ਜਿੰਨੇ ਐਸੇ ਚੀਜ਼ਾਂ ਹੈ। ਕਿਉਂਕਿ ਸੰਵਿਧਾਨ ਦੇ ਵਿੱਚ ਜਿੰਨਾ ਚਿਰ ਇਹ ਨਹੀਂ ਆਏਗਾ ਕਿ ਅਸੀਂ ਇਕੁਆਲਿਟੀ ਦੇ ਪ੍ਰਿੰਸੀਪਲ ਨੂੰ ਐਕਸੈਪਟ ਕਰਦੇ ਹਾਂ, ਉਹਨਾਂ ਚਿਰ ਕਦੀ ਕੁਝ ਨਹੀਂ ਹੋਏਗਾ। ਔਰ ਜਿਸ ਤਰ੍ਹਾਂ ਮੈਂ ਦੱਸਿਆ ਕਿ ਡਾਕਟਰ ਅੰਬੇਦਕਰ ਇਹੀ ਕਹਿੰਦੇ ਸੀ ਕਿ ਜਿੰਨਾ ਚਿਰ ਸੰਵਿਧਾਨਿਕ ਤੌਰ ਤੇ ਅਸੀਂ ਮੂਲਭੂਤ ਪਰਿਵਰਤਨ, ਬੇਸਿਕ ਚੇਂਜ ਨਹੀਂ ਲੈ ਕੇ ਆਉਂਦੇ, ਲੋਕਾਂ ਦੀ ਸਾਈਕੋਲੋਜੀ 'ਚ, ਲੋਕਾਂ ਦੀ ਮਨੋਵ੍ਰਿੱਤੀ ਦੇ ਵਿੱਚ ਇਹ ਚੇਂਜ ਨਹੀਂ ਆ ਸਕਦੀ। ਸੋ ਸੰਵਿਧਾਨ ਇੱਕ ਐਸਾ ਬਣਿਆ ਜਿਹੜਾ ਅੱਜ ਕੱਲ੍ਹ ਦੁਨੀਆ ਦੇ ਬਹੁਤ ਸਾਰੇ ਲੋਕਾਂ ਦੇ ਲਈ ਇੱਕ ਐਗਜ਼ਾਮਪਲ ਹੈ, ਇੱਕ ਐਸਾ ਕੰਟਰੀ, ਇੱਕ ਐਸਾ ਦੇਸ਼ ਜਿਹਦੇ ਵਿੱਚ ਹਰ ਵਰਗ, ਹਰ ਕਮਿਊਨਿਟੀ, ਹਰ ਧਰਮ ਔਰ ਕਿਸੇ ਤਰ੍ਹਾਂ ਦਾ ਕੋਈ ਡਿਸਕ੍ਰਿਮੀਨੇਸ਼ਨ, ਜੈਂਡਰ ਡਿਸਕ੍ਰਿਮੀਨੇਸ਼ਨ ਸਾਨੂੰ ਨਜ਼ਰ ਨਹੀਂ ਆਉਂਦਾ। ਸੋ ਇਹ ਉਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਹੈ ਜੀ। ਸੋ ਇਸੇ ਚੀਜ਼ ਨੂੰ ਹੀ ਅਸੀਂ ਅੱਜ ਆਪਣਾ ਸੰਵਿਧਾਨ ਦੇ ਰੂਪ ਦੇ ਵਿੱਚ ਸਾਡਾ ਪ੍ਰੀਐਂਬਲ ਜਿੱਥੋਂ ਅਸੀਂ ਸ਼ੁਰੂ ਕਰਦੇ ਹਾਂ, ਵੀ ਦੀ ਪੀਪਲ ਆਫ ਇੰਡੀਆ, ਅਸੀਂ ਭਾਰਤ ਦੇ ਲੋਕ। ਸੋ ਇਹ ਡਾਕਟਰ ਭੀਮ ਰਾਓ ਅੰਬੇਦਕਰ ਜੀ ਬਾਰੇ ਜਾਣਕਾਰੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਤੇ ਹੁਣ ਇੱਕ ਸੁੰਦਰ ਜਿਹਾ ਗੀਤ ਸਾਡੇ ਦਰਸ਼ਕਾਂ ਵਾਸਤੇ, ਉਸ ਤੋਂ ਬਾਅਦ ਅਸੀਂ ਵਿਸਾਖੀ ਬਾਰੇ ਗੱਲਬਾਤ ਕਰਾਂਗੇ। ਆਓ ਜੀ ਇਸ ਗੀਤ ਦਾ ਆਨੰਦ ਲੈਂਦੇ ਹਾਂ। ਜੀ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ। ਵਿਸਾਖੀ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਔਰ ਅਸੀਂ ਸਾਰੇ ਜਾਣਦੇ ਹਾਂ ਸਾਡੇ ਸੱਭਿਆਚਾਰ ਦਾ,
ਸਾਡੇ ਜੀਵਨ ਦਾ ਖਾਸ ਅੰਗ ਵਿਸਾਖੀ ਹੈ। ਔਰ ਵਿਸਾਖੀ ਨੂੰ ਲੈ ਕੇ ਬਹੁਤ ਸਾਰੀਆਂ ਕਹਾਣੀਆਂ, ਬਹੁਤ ਸਾਰੀਆਂ ਪ੍ਰਚਲਿਤ ਕਥਾਵਾਂ ਨੇ। ਉਹਨਾਂ ਦਾ ਸੱਚ ਕੀ ਹੈ, ਸਾਡੇ ਜੀਵਨ ਦਾ ਕਿੱਦਾਂ ਇਹ ਹਿੱਸਾ ਨੇ, ਇਸ ਬਾਰੇ ਗੱਲਬਾਤ ਕਰਾਂਗੇ ਡਾਕਟਰ ਸਤੀਸ਼ ਕਪੂਰ ਜੀ ਦੇ ਨਾਲ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਵਿਸਾਖੀ ਦਾ ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਮਹੱਤਵ ਕੀ ਹੈ, ਕਿਉਂਕਿ ਇੱਕ ਆਸ਼ੀਰਵਾਦ ਹੈ, ਇੱਕ ਬਲੈਸਿੰਗ ਹੈ ਸਾਡੇ ਵਾਸਤੇ। ਦੇਖੋ, ਵਿਸਾਖ ਦਾ ਮਹੀਨਾ ਜਿਹੜਾ ਹੈ ਇਹ ਬਹੁਤ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ ਜੀ। ਵੈਸੇ ਤੇ ਜਿਹੜਾ ਵਿਕਰਮੀ ਸੰਵਤ ਹੈ, ਜਿਸ ਦੀ ਸ਼ੁਰੂਆਤ ਵੀ ਵਿਸਾਖ ਦੇ ਵਿੱਚ ਹੁੰਦੀ ਹੈ, ਇਹ ਚੇਤਰ ਤੋਂ ਸ਼ੁਰੂ ਹੁੰਦਾ ਹੈ। ਚੇਤਰ, ਵਿਸਾਖ, ਆਸ਼ਾੜ, ਇਸ ਤਰ੍ਹਾਂ ਇਹ ਜਿਹੜੇ 12 ਮਹੀਨੇ ਹੈਗੇ ਹੈ। ਲੇਕਿਨ ਚੇਤਰ ਨੂੰ ਆਮ ਤੌਰ ਤੇ ਸ਼ਾਮ ਮਾਸ ਕਿਹਾ ਜਾਂਦਾ ਹੈ, ਯਾਨੀ ਕਿ ਕਾਲਾ ਮਹੀਨਾ। ਇਸ ਕਰਕੇ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਹੈ ਇਹ ਵਿਸਾਖ ਤੋਂ ਹੀ ਕੀਤੀ ਜਾਂਦੀ ਹੈ ਜੀ। ਵਿਸਾਖ ਦਾ ਮਹੱਤਵ ਜਿਹੜਾ ਹੈ ਇਹ ਸਾਡੇ ਪੁਰਾਣਾਂ ਦੇ ਵਿੱਚ ਵੀ ਹੈ। ਸਕੰਦ ਪੁਰਾਣ ਦੇ ਪਤਾਲ ਖੰਡ ਦੇ ਵਿੱਚ ਇਹ ਲਿਖਿਆ ਹੈ, ਜਿਸ ਤਰ੍ਹਾਂ ਸਾਰੀਆਂ ਨਦੀਆਂ ਚੋਂ ਗੰਗਾ ਨਦੀ ਪਵਿੱਤਰ ਹੈ, ਸਾਰੇ ਧਾਰਮਿਕ ਗ੍ਰੰਥਾਂ ਚੋਂ ਵੇਦ ਸਭ ਤੋਂ ਜ਼ਿਆਦਾ ਗਿਆਨ ਦਿੰਦੇ ਹੈਗੇ ਹੈ, ਜਿਸ ਤਰ੍ਹਾਂ ਸਾਰੇ ਮੰਤਰਾਂ ਦੇ ਵਿੱਚੋਂ ਓਮ ਦਾ ਮੰਤਰ ਜਿਹੜਾ ਹੈ ਇਹ ਸਭ ਤੋਂ ਉੱਚ ਮੰਨਿਆ ਜਾਂਦਾ ਹੈ ਆਪਣੀ ਸਾਊਂਡ ਵਾਈਬ੍ਰੇਸ਼ਨ ਦੇ ਹਿਸਾਬ ਦੇ ਨਾਲ। ਉਸੇ ਤਰੀਕੇ ਦੇ ਨਾਲ ਸਾਰੇ ਵਿਰਕਸ਼ਾਂ ਦੇ ਵਿੱਚੋਂ ਕਲਪ ਵਿਰਕਸ਼ ਹੈ। ਉਸੇ ਤਰੀਕੇ ਦੇ ਨਾਲ ਜਿੰਨੇ ਵੀ ਮਹੀਨੇ ਹੈਗੇ ਆ 12 ਦੇ 12, ਇਹਨਾਂ ਦੇ ਵਿੱਚ ਵਿਸਾਖ ਦਾ ਮਹੀਨਾ ਜਿਹੜਾ ਹੈ ਇਹ ਆਪਣਾ ਇੱਕ ਵਿਸ਼ੇਸ਼ ਮਹੱਤਵ ਰੱਖਦਾ ਹੈ। ਔਰ ਇਹ ਵਿਸ਼ੇਸ਼ ਮਹੱਤਵ ਇਸ ਕਰਕੇ ਰੱਖਦਾ ਹੈ ਕਿ ਗੰਗਾ ਜੀ ਦਾ, ਯਾਨੀ ਕਿ ਗੰਗਾ ਦਰਿਆ ਦਾ, ਰਿਵਰ ਦਾ ਜਿਹੜਾ ਅਵਤਰਨ ਹੈ ਉਹ ਵੀ ਵਿਸਾਖ ਦੇ ਮਹੀਨੇ ਦੇ ਵਿੱਚ ਹੋਇਆ ਜੀ। ਵਿਸਾਖ ਦਾ ਮਹੀਨਾ ਜਿਹੜਾ ਹੈ ਭਗਵਾਨ ਵਿਸ਼ਨੂੰ ਦੇ ਨਾਲ ਜੁੜਿਆ ਦਾ ਹੈ। ਔਰ ਵਿਸ਼ਨੂੰ ਦੇ 4 ਅਵਤਾਰ ਜਿਹੜੇ ਹੈ, ਜਿਹਦੇ ਵਿੱਚ ਹਯਗ੍ਰੀਵ ਵੀ ਹੈ, ਨਰ ਨਾਰਾਇਣ ਵੀ ਹੈ, ਨਾਰਸਿੰਘ ਹੈ, ਪਰਸ਼ੂਰਾਮ ਹੈ। ਇਹ 4 ਅਵਤਾਰਾਂ ਚੋਂ ਪਰਸ਼ੂਰਾਮ ਜੀ ਨੂੰ ਛੱਡ ਕੇ 3 ਅਵਤਾਰਾਂ ਦਾ ਜਨਮ ਜਿਹੜਾ ਹੈ ਇਹ ਵਿਸਾਖ ਸ਼ੁਕਲ ਤ੍ਰਿਤੀਆ ਨੂੰ ਹੋਇਆ, ਯਾਨੀ ਕਿ ਵਿਸਾਖ ਦੇ ਮਹੀਨੇ ਦੇ ਵਿੱਚ ਹੀ ਇਹਨਾਂ ਦਾ ਜਨਮ ਹੋਇਆ ਹੈ ਜੀ। ਸੋ ਤੁਸੀਂ ਇਹ ਸਮਝ ਸਕਦੇ ਹੋ ਕਿ ਇਸ ਦੀ ਪਵਿੱਤਰਤਾ ਇਸ ਗੱਲ ਦੇ ਨਾਲ ਆਂਕੀ ਜਾਂਦੀ ਹੈ ਕਿ ਇਸ ਮਹੀਨੇ ਦੇ ਵਿੱਚ ਦਾਨ ਪੁੰਨ ਕਰਨਾ, ਇਸ ਮਹੀਨੇ ਦੇ ਵਿੱਚ ਪਾਠ ਪੂਜਾ ਕਰਨਾ ਔਰ ਇਸ ਮਹੀਨੇ ਦੇ ਵਿੱਚ ਅੱਛੇ ਕੰਮ ਕਰਨੇ ਜ਼ਿਆਦਾ ਸ਼ੁਭ ਮੰਨੇ ਜਾਂਦੇ ਹਨ ਔਰ ਜ਼ਿਆਦਾ ਪ੍ਰਗਤੀਸ਼ੀਲ ਮੰਨੇ ਜਾਂਦੇ ਹਨ। ਵਿਸਾਖ ਦਾ ਮਹੀਨਾ ਇੰਨਾ ਪਵਿੱਤਰ ਹੈ ਕਿ ਮਹਰਸ਼ੀ ਸਵਾਮੀ ਦਇਆਨੰਦ ਨੇ ਜਿਹੜਾ ਆਰਿਆ ਸਮਾਜ ਬੰਬਈ ਦੇ ਵਿੱਚ 1875 ਚ ਬਣਾਇਆ, ਉਹ ਵੀ ਇਸੇ ਦਿਨ ਹੀ ਬਣਾਇਆ। ਔਰ ਤੁਸੀਂ ਹੈਰਾਨ ਹੋਵੋਗੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਕੋਰੋਨੇਸ਼ਨ ਹੈ ਉਹ ਵੀ ਇਹਦੇ ਨਾਲ ਵਿਸਾਖ ਦੇ ਮਹੀਨੇ ਦੇ ਨਾਲ ਜੁੜਿਆ ਦਾ ਹੈ। ਓਕੇ। ਅਗਰ ਬੁੱਧ ਧਰਮ ਨੂੰ ਦੇਖੀਏ ਤੇ ਜੋ ਕਿੰਵਦੰਤੀ ਹੈ ਉਸ ਦੇ ਮੁਤਾਬਕ ਮਹਾਤਮਾ ਬੁੱਧ ਦਾ ਜਨਮ, ਮਹਾਤਮਾ ਬੁੱਧ ਦਾ ਜਿਹੜੀ ਗਿਆਨ ਪ੍ਰਾਪਤੀ ਹੈ ਔਰ ਮਹਾਤਮਾ ਬੁੱਧ ਦਾ ਜਿਹੜਾ ਪਰਿਨਿਰਵਾਣ ਹੈ, ਦੇਹਾਵਸਾਨ ਹੈ, ਜਦੋਂ ਉਹਨਾਂ ਨੇ ਸਰੀਰ ਆਪਣਾ ਛੱਡਿਆ ਹੈ, ਇਹ ਵੀ ਵਿਸਾਖ ਪੂਰਨਿਮਾ ਨੂੰ ਛੱਡਿਆ ਹੈ ਜੀ ਜੀ। ਸੋ ਇਹ ਸਾਰੀਆਂ ਚੀਜ਼ਾਂ ਜੁੜੀਆਂ ਦੀਆਂ ਹੈ। ਵਿਕਰਮੀ ਸੰਵਤ ਦੀ ਮੈਂ ਅੱਗੇ ਗੱਲ ਕਰ ਚੁੱਕਾ ਹੈਗਾ ਕਿ 58 BC ਨੂੰ, ਯਾਨੀ ਕਿ ਇਹ ਵਿਕਰਮੀ ਸੰਵਤ ਦੀ ਜਿਹੜੀ ਸ਼ੁਰੂਆਤ ਹੈ ਇਹ ਵੀ ਵਿਸਾਖ ਦੇ ਮਹੀਨੇ ਦੇ ਨਾਲ ਜੁੜੀ ਦੀ ਹੈ ਕਿ ਹਰ ਮਹੀਨੇ ਦੀ ਕੋਈ ਨਾ ਕੋਈ ਖਾਸ ਵਿਸ਼ੇਸ਼ਤਾ ਹੈ। ਔਰ ਸਾਡੇ ਕਿਸਾਨਾਂ ਵਾਸਤੇ ਤੇ ਕਹਿੰਦੇ ਨੇ ਜੱਟਾ ਆਈ ਵਿਸਾਖੀ। ਹਾਂਜੀ। ਵਿਸਾਖ ਦੇ ਮਹੀਨੇ ਦੇ ਵਿੱਚ ਫਿਰ ਫਸਲਾਂ ਦੀ ਵਾਢੀ ਸ਼ੁਰੂ ਹੁੰਦੀ ਹੈ ਔਰ ਇਸ ਵਕਤ ਪਰਮਾਤਮਾ ਮਿਹਰ ਰੱਖੇ, ਕਿਉਂਕਿ ਬੇਮੌਸਮੀ ਬਰਸਾਤ ਕਰਕੇ ਨੁਕਸਾਨ ਵੀ ਹੋਏ ਨੇ, ਪਰ ਸਰਕਾਰਾਂ ਨਾਲ ਖੜੀਆਂ ਨੇ, ਮੁਆਵਜ਼ੇ ਵਾਸਤੇ ਸਭ ਕੁਝ ਹੋ ਰਿਹਾ ਹੈ। ਸਿੱਖ ਇਤਿਹਾਸ ਦੇ ਵਿੱਚ ਵਿਸਾਖ ਦਾ ਤੇ ਬਹੁਤ ਜ਼ਿਆਦਾ ਮਹੱਤਵ ਹੈ ਔਰ ਇਸ ਦੀ ਸ਼ੁਰੂਆਤ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਮੰਨੀ ਜਾਂਦੀ ਹੈ, ਜਦੋਂ ਉਹਨਾਂ ਨੇ ਪਹਿਲੀ ਵਾਰੀ ਗੋਇੰਦਵਾਲ ਸਾਹਿਬ ਦੇ ਵਿੱਚ ਆਪਣੇ ਜਿੰਨੇ ਵੀ ਸਿੱਖ ਹੈਗੇ ਆ ਉਹਨਾਂ ਨੂੰ ਇਕੱਤਰਿਤ ਕੀਤਾ। ਉਹ ਕਿਹਾ ਵੀ ਇੱਥੇ ਹੀ ਸਾਰੇ ਮਸਲੇ ਸੁਲਝਾਏ ਜਾਣਗੇ। ਔਰ ਫਿਰ ਜਦੋਂ ਦਰਬਾਰ ਸਾਹਿਬ ਦਾ ਨਿਰਮਾਣ ਹੋ ਗਿਆ, ਗੁਰੂ ਅਰਜਨ ਸਾਹਿਬ ਨੇ ਨੀਂਹ ਇਹਦੀ ਰੱਖ ਦਿੱਤੀ, ਉਸ ਤੋਂ ਬਾਅਦ ਇਹ ਪਰੰਪਰਾ ਹਰ ਸਾਲ ਵਿਸਾਖ ਦੇ ਮਹੀਨੇ ਦੇ ਵਿੱਚ ਮਿਲਣ ਦੀ ਇਹ ਉੱਥੇ ਸ਼ੁਰੂ ਹੋਈ। ਔਰ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ 12 ਮਾਹ ਹੈ ਗੁਰੂ ਅਰਜਨ ਦੇਵ ਜੀ ਦਾ, ਬਿਲਕੁਲ। ਵੈਸਾਖ ਤਿਰਨ ਕਿਉ ਵਾਡਿਆ, ਜਿੰਨਾ ਪ੍ਰੇਮ ਵਿਛੋ, ਹਰ ਸਾਜਨ ਪੁਰਖ ਵਿਸਾਰ ਕੇ, ਲੱਗੀ ਮਾਇਆ ਪੋ, ਉਤਰ ਕਲਤਰ ਨਾ ਪੁੱਤਰ ਕਲਤਰ ਨਾ ਸੰਗ ਧਨਾ, ਹਰ ਅਵਿਨਾਸ਼ੀ ਹੋਰ, ਪਲਚ ਪਲਚ ਸਗਲੀ ਮੁਹੀ, ਝੂਠੇ ਧੰਦੇ ਮੋਹ। ਸੋ ਇਹ ਜਿਹੜਾ ਇਸ ਵਿਸਾਖ ਦਾ ਮਹਾਤਮ ਹੈ, ਇਹ ਗੁਰੂ ਅਰਜਨ ਦੇਵ ਜੀ ਨੇ ਵੀ ਆਪਣੀ ਬਾਣੀ ਦੇ ਵਿੱਚ ਇਸ ਨੂੰ ਦਰਜ ਕੀਤਾ ਹੈ। ਔਰ ਫਿਰ ਅਖੀਰ ਦੇ ਉੱਤੇ ਉਹਨਾਂ ਨੇ ਕਿਹਾ, ਵਿਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਭੇਂਟੇ ਹਰ ਸੋਏ। ਵਾਹ। ਜੋ ਸੰਤਾਂ ਦੀ ਭੇਂਟ ਹੋਏਗੀ, ਉਹਦੇ ਥਰੂ ਪਰਮਾਤਮਾ ਦੇ ਨਾਲ ਮਿਲਾਪ ਹੋਏਗਾ, ਤੇ ਵਿਸਾਖ ਦਾ ਅਸਲੀ ਜਿਹੜਾ ਆਨੰਦ ਹੈ ਇਹ ਤੇ ਉਦੋਂ ਹੀ ਮੰਨਿਆ ਜਾਏਗਾ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਾਜਨਾ ਕੀਤੀ ਔਰ ਤੁਸੀਂ ਸਮਝ ਸਕਦੇ ਹੋ ਕਿ ਜਿਸ ਤਰ੍ਹਾਂ ਅੰਬੇਦਕਰ ਜੀ ਨੇ ਇੱਕ ਸਮਾਜਿਕ ਕ੍ਰਾਂਤੀ ਲੈ ਕੇ ਆਂਦੀ, ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇੱਕ ਸਮਾਜਿਕ ਕ੍ਰਾਂਤੀ ਲੈ ਕੇ ਆਂਦੀ।
ਰਾਜਨੀਤਿਕ ਤੌਰ ਤੇ ਅਨਿਆਏ ਦੇ ਖਿਲਾਫ ਲੜਨਾ ਔਰ ਸਮਾਜਿਕ ਤੌਰ ਤੇ ਸਾਰੇ ਵਰਗਾਂ ਨੂੰ ਇਕੱਠੇ ਰੱਖਣਾ, ਔਰ 5 ਸਿੰਘ ਜਿਹੜੇ ਸਜੇ ਹੈਗੇ ਆ, ਜਿਹੜੇ ਕਿ ਹਰ ਜਾਤੀ ਦੇ ਸੀ ਔਰ ਅਲੱਗ-ਅਲੱਗ ਪ੍ਰਦੇਸ਼ ਦੇ ਸੀਗੇ, ਔਰ 5 ਕਕਾਰ ਜਿਹੜੇ ਰੱਖੇ ਗਏ ਆ, ਔਰ ਇੱਕ ਕਿਸਮ ਦਾ ਜਿਸ ਨੂੰ ਅਸੀਂ ਪੰਚਾਮ੍ਰਿਤ ਕਹਿ ਸਕਦੇ ਹਾਂ, ਜਿਹੜਾ ਉਹਨਾਂ ਨੇ ਉਹ ਪਾਨ ਕਰਵਾਇਆ ਉਸ ਦਾ, ਇਹ ਮੈਂ ਸਮਝਦਾ ਕਿ ਇਹ ਇਤਿਹਾਸ ਦੀ ਇੱਕ ਬਹੁਤ ਵੱਡੀ ਘਟਨਾ ਹੈ ਔਰ ਉਸ ਦੀ ਜਿਹੜੀ ਕੰਟੀਨਿਊਟੀ ਹੈ ਉਹ ਚੱਲ ਰਹੀ ਹੈ, ਕਿਉਂਕਿ ਖਾਲਸਾ ਪੰਥ ਸੱਜ ਚੁੱਕਾ ਹੈ, ਜਿਸ ਦੀ ਸਥਾਪਨਾ 1699 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਮੌਕੇ ਤੇ ਕੇਸ਼ਗੜ੍ਹ ਸਾਹਿਬ ਦੇ ਵਿੱਚ ਕੀਤੀ ਸੀ। ਜੀ ਜੀ। ਤੇ ਸਾਡੇ ਆਜ਼ਾਦੀ ਦੇ ਦੌਰ ਦੇ ਵਿੱਚ ਜਦੋਂ ਅਸੀਂ ਆਜ਼ਾਦੀ ਵਾਸਤੇ ਲੜਾਈ ਲੜ ਰਹੇ ਹਾਂ, ਉਸ ਦੇ ਇਤਿਹਾਸ ਦੇ ਵਿੱਚ ਇੱਕ ਖਾਸ ਘਟਨਾ ਵਾਪਰਦੀ ਹੈ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ, ਉਹ ਵੀ ਵਿਸਾਖੀ ਦਾ ਦਿਹਾੜਾ ਹੈ। ਜਲਿਆਂਵਾਲਾ ਬਾਗ ਜਿਹੜਾ ਹੈ, ਕਿਉਂਕਿ ਵਿਸਾਖ ਦਾ ਮਹਾਤਮ ਗੁਰੂ ਅਰਜਨ ਦੇਵ ਜੀ ਨੇ ਵੀ ਇਹਦਾ ਬਖਾਨ ਕੀਤਾ, ਔਰ ਥੋੜਾ ਜਿਹਾ ਮੈਂ ਪਿੱਛੇ ਇਹਦੇ ਲੈ ਕੇ ਜਾਣਾ ਚਾਹੁੰਦਾ ਤੁਹਾਨੂੰ ਕਿ ਜਦੋਂ ਵੀ ਵਿਦੇਸ਼ੀ ਆਕਰਮਣਕਾਰੀ ਆਏ ਹੈ, ਅਹਿਮਦ ਸ਼ਾਹ ਅਬਦਾਲੀ ਨੇ 3 ਵਾਰੀ ਗੋਲਡਨ ਟੈਂਪਲ ਜਿਹੜਾ ਹੈ ਸਾਡਾ, ਜਿਸ ਨੂੰ ਦਰਬਾਰ ਸਾਹਿਬ ਦੇ ਨਾਲ ਹਰੀਮੰਦਰ ਦੇ ਸਾਹਿਬ ਦੇ ਨਾਮ ਨਾਲ ਅਸੀਂ ਪੁਕਾਰਦੇ ਹੈਗੇ ਹਾਂ ਸ਼ਰਧਾ ਦੇ ਨਾਲ, ਉਸਨੇ ਡਿਸਟਰੋਏ ਕੀਤਾ। ਲੇਕਿਨ ਹਰ ਸਾਲ ਵਿਸਾਖੀ ਦੇ ਮੌਕੇ ਦੇ ਉੱਤੇ ਦੁਬਾਰਾ ਉਸ ਨੂੰ ਸੁਦ੍ਰਿੜ ਕਰਨ ਦੀ, ਪੱਕੇ ਕਰਨ ਦੀ ਜਿਹੜੀ ਕੋਸ਼ਿਸ਼ ਹੈ, ਇਹ ਵੀ ਉਸ ਵੇਲੇ ਕੀਤੀ ਜਾਂਦੀ ਸੀ। ਜਿਹੜੇ ਗੁਰਮੱਤੇ ਹੈ, ਯਾਨੀ ਕਿ ਗੁਰੂ ਜੀ ਵੱਲੋਂ ਜਿਹੜੇ ਆਰਡਰ ਹੈਗੇ ਆ ਜਾਂ ਜਿਹੜੇ ਸਾਂਝੇ ਆਰਡਰ ਹੈ, ਇਹ ਵੀ ਵਿਸਾਖ ਦੇ ਮਹੀਨੇ ਦੇ ਵਿੱਚ ਕੀਤੇ ਜਾਂਦੇ ਸਨ ਜੀ। ਸੋ ਇਸੇ ਚੀਜ਼ ਦੇ ਨਾਲ ਜੁੜਿਆ ਦਾ ਹੈ ਜਲਿਆਂਵਾਲਾ ਬਾਗ ਕਾਂਡ, ਕਿਉਂਕਿ ਜਦੋਂ ਅੰਗਰੇਜ਼ਾਂ ਦੀ ਨੀਤੀ ਦੇ ਕਰਕੇ, ਰੰਗ ਭੇਦ ਦੀ ਨੀਤੀ ਕਰਕੇ, ਔਰ ਉਹਨਾਂ ਦੀਆਂ ਜਿਹੜੀਆਂ ਸਾਮਰਾਜਵਾਦੀ ਪਾਲਿਸੀਜ਼ ਹੈ, ਜਿਹਦੇ ਨਾਲ ਲੋਕਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਸੀਗਾ, ਇਹਦੇ ਖਿਲਾਫ ਜਦੋਂ ਰੌਲਟ ਐਕਟ ਬਣੇ ਹੈ, ਤੇ ਉਸ ਵੇਲੇ ਇਹ ਸੋਚਿਆ ਗਿਆ ਕਿ ਇਹ ਰੌਲਟ ਐਕਟਸ ਨੂੰ ਅਪੋਜ਼ ਕੀਤਾ ਜਾਏ, ਕਿਸ ਤਰੀਕੇ ਦੇ ਨਾਲ, ਔਰ ਇਹਨਾਂ ਰੌਲਟ ਐਕਟਸ ਨੂੰ ਅਪੋਜ਼ ਪੂਰੇ ਭਾਰਤ ਵਰਸ਼ ਦੇ ਵਿੱਚ ਕੀਤਾ ਗਿਆ ਮਹਾਤਮਾ ਗਾਂਧੀ ਦੀ ਕਾਲ ਦੇ ਉੱਤੇ। ਔਰ ਮਹਾਤਮਾ ਗਾਂਧੀ ਨੇ ਜਦੋਂ ਇਹ ਕਾਲ ਦਿੱਤੀ, ਤੇ ਤੁਸੀਂ ਇਹ ਸਮਝ ਸਕਦੇ ਹੋ ਕਿ ਪੂਰੇ ਭਾਰਤ ਦੇ ਵਿੱਚ ਪ੍ਰੋਟੈਸਟ ਹੋਏ। ਲੇਕਿਨ 6 ਤਾਰੀਖ ਨੂੰ ਜਦੋਂ ਮਹਾਤਮਾ ਗਾਂਧੀ ਉੱਥੋਂ ਗੁਜਰਾਤ ਤੋਂ ਚੱਲ ਕੇ ਥਰੂ ਦਿੱਲੀ ਪੰਜਾਬ ਵੱਲ ਆਉਣਾ ਚਾਹੁੰਦੇ ਸੀ, ਪਲਵਲ ਨਾਂ ਦੀ ਜਗ੍ਹਾ ਦੇ ਉੱਤੇ ਉਹਨਾਂ ਨੂੰ ਰੋਕ ਲਿੱਤਾ ਗਿਆ, ਔਰ ਇਸੇ ਦੌਰਾਨ ਅੰਮ੍ਰਿਤਸਰ ਦੇ ਵਿੱਚ ਡਾਕਟਰ ਸਤਪਾਲ ਔਰ ਕਿਚਲੂ ਜਿਹੜੇ ਲੀਡਰ ਸੀ, ਉਹਨਾਂ ਨੂੰ ਅਰੈਸਟ ਕਰ ਲਿੱਤਾ ਗਿਆ, ਜਿਹੜੇ ਪ੍ਰੋਟੈਸਟ ਕਰ ਰਹੇ ਸੀਗੇ ਇਹ ਰੌਲਟ ਐਕਟਸ ਦੇ ਖਿਲਾਫ। ਜੀ, ਇਹ ਰੌਲਟ ਐਕਟਸ ਦੇ ਖਿਲਾਫ ਜਿਹੜਾ ਪ੍ਰੋਟੈਸਟ ਹੈ, ਇਸ ਦਾ ਰੌਲਟ ਐਕਟਸ ਬਾਰੇ ਮੈਂ ਦੱਸ ਦਿੰਦਾ ਕਿ ਕੋਈ ਅਪੀਲ ਨਹੀਂ, ਕੋਈ ਵਕੀਲ ਨਹੀਂ, ਕੋਈ ਦਲੀਲ ਨਹੀਂ, ਕਿਸੇ ਵੀ ਬੰਦੇ ਨੂੰ 2 ਸਾਲ ਦੇ ਲਈ ਅੰਦਰ ਕੀਤਾ ਜਾ ਸਕਦਾ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਦੇ ਖਿਲਾਫ ਜਿਹੜਾ ਪ੍ਰੋਟੈਸਟ ਹੋ ਰਿਹਾ ਸੀਗਾ, ਇਹ ਸਾਰਾ ਪ੍ਰੋਟੈਸਟ ਉਧਰੋਂ ਵਿਸਾਖੀ ਦਾ ਦਿਨ ਆ ਗਿਆ, ਤੇ ਇਹ ਸੋਚਿਆ ਗਿਆ ਕਿ ਹੁਣ ਉੱਥੇ ਇਕੱਠ ਕੀਤਾ ਜਾਏ ਜੀ, ਔਰ ਉੱਥੇ ਕੁਝ ਚੀਜ਼ਾਂ ਦੇ ਬਾਰੇ ਫੈਸਲਾ ਲਿੱਤਾ ਜਾਏ। ਲੇਕਿਨ ਜਨਰਲ ਡਾਇਰ ਨੇ ਜਿਸ ਤਰੀਕੇ ਦੇ ਨਾਲ ਉੱਥੇ ਗੋਲੀ ਚਲਾਈ, ਜਿਸ ਦੇ ਮੁਤਾਬਕ ਸਰਕਾਰੀ ਆંકੜੇ ਕਹਿੰਦੇ ਆ ਕਿ 379 ਆਦਮੀ ਉੱਥੇ ਹੀ ਮਰ ਗਏ ਔਰ 1200 ਜ਼ਖਮੀ ਹੋ ਗਏ। ਗੈਰ ਸਰਕਾਰੀ ਆંકੜੇ ਕੁਝ ਹੋਰ ਕਹਿੰਦੇ ਹੈਗੇ ਆ, ਉਹ 3-4 ਗੁਣਾ ਜ਼ਿਆਦਾ ਇਸ ਤੋਂ ਹੈ। ਤੇ ਤੁਸੀਂ ਸਮਝ ਸਕਦੇ ਹੋ ਕਿ ਇਹ ਵਿਸਾਖੀ ਦੇ ਨਾਲ ਜੁੜੀ ਹੋਈ ਜਲਿਆਂਵਾਲਾ ਬਾਗ ਕਾਂਡ ਜਿਹੜਾ ਹੈ, ਇਹਦੇ ਬਾਰੇ ਇੱਕ ਅੰਗਰੇਜ਼ ਨੇ ਲਿਖਿਆ ਕਿ ਅੰਗਰੇਜ਼ ਜਿਹੜੇ ਹੈ ਇਹ ਨਾ ਸਿਰਫ ਆਪਣੀਆਂ ਨੀਤੀਆਂ ਦੇ ਨਾਲ ਸਾਨੂੰ ਪ੍ਰਤਾੜਿਤ ਕਰ ਰਹੇ ਹੈ, ਬਲਕਿ ਅੰਗਰੇਜ਼ਾਂ ਨੇ ਹੁਣ ਫੈਸਲਾ ਕਰ ਲਿੱਤਾ ਹੈ ਕਿ ਉਹ ਬਲੱਡ ਸ਼ੈਡ ਕਰਕੇ, ਯਾਨੀ ਕਿ ਖੂਨ ਬਹਾ ਕੇ ਹਿੰਦੁਸਤਾਨ ਦੇ ਲੋਕਾਂ ਦੇ ਉੱਤੇ ਰੂਲ ਕਰਨਗੇ, ਹਿੰਦੁਸਤਾਨ ਦੇ ਲੋਕਾਂ ਦੇ ਉੱਤੇ ਸ਼ਾਸਨ ਕਰਨਗੇ। ਸੋ ਜਲਿਆਂਵਾਲਾ ਬਾਗ ਕਾਂਡ ਆਜ਼ਾਦੀ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਮੀਲ ਪੱਥਰ ਹੈ, ਕਿਉਂਕਿ ਇਸ ਤੋਂ ਬਾਅਦ ਪੱਕੇ ਤੌਰ ਤੇ ਇਹ ਫੈਸਲਾ ਕਰ ਲਿੱਤਾ ਗਿਆ ਕਿ ਹੁਣ ਅੰਗਰੇਜ਼ਾਂ ਦੇ ਨਾਲ ਸਾਡਾ ਕੋਈ ਸਰੋਕਾਰ ਨਹੀਂ, ਸਾਨੂੰ ਸੁਤੰਤਰਤਾ ਚਾਹੀਦੀ ਹੈ। ਔਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਘਟਨਾ 1919 ਦੇ ਵਿੱਚ ਹੋਈ, ਔਰ ਫਿਰ 1930 ਦੇ ਵਿੱਚ ਸਵਿਨੈ ਅਵਗਿਆ ਅੰਦੋਲਨ, ਔਰ ਫਿਰ 1942 ਦੇ ਵਿੱਚ ਭਾਰਤ ਛੋੜੋ ਅੰਦੋਲਨ, ਔਰ ਫਿਰ 1947 ਸਾਡੇ ਦੇਸ਼ ਦਾ ਆਜ਼ਾਦ ਹੋਣਾ, ਔਰ ਇੱਕ ਨਵੇਂ ਸੰਵਿਧਾਨ ਦਾ ਬਣਨਾ ਜਿਹੜਾ ਕਿ 1950 ਦੇ ਵਿੱਚ ਲਾਗੂ ਕੀਤਾ ਗਿਆ 26 ਜਨਵਰੀ 1950 ਨੂੰ, ਔਰ ਜਿਸ ਸੰਵਿਧਾਨ ਦੇ ਨਿਰਮਾਤਾ ਸੀ ਡਾਕਟਰ BR ਅੰਬੇਦਕਰ। ਇੰਨਾ ਕੁਝ ਸਾਡੇ ਕੋਲ ਹੈ, ਖਜ਼ਾਨਾ ਹੈ ਸਾਡੇ ਕੋਲ। ਅੱਜ ਦਾ ਨੌਜਵਾਨ ਇਹ ਸਭ ਭੁੱਲ ਕੇ ਇਹ ਕਿੱਧਰ ਤੁਰਿਆ ਫਿਰਦਾ ਹੈ? ਦੇਖੋ, ਇਹ ਸਮੇਂ ਦੀ ਗੱਲ ਹੁੰਦੀ ਹੈ। ਸ਼ਾਇਦ 19ਵੀਂ ਸ਼ਤਾਬਦੀ ਦੇ ਅਖੀਰ ਔਰ 20ਵੀਂ ਸ਼ਤਾਬਦੀ ਦੇ ਵਿੱਚ ਐਸੀਆਂ ਮਹਾਨ ਸ਼ਖਸੀਅਤਾਂ ਹੋਈਆਂ
ਜਿਨ੍ਹਾਂ ਨੇ ਨਾ ਸਿਰਫ ਆਪਣੇ ਅਧਿਕਾਰਾਂ ਬਾਰੇ ਸੋਚਿਆ ਬਲਕਿ ਦੂਸਰਿਆਂ ਦੇ ਅਧਿਕਾਰਾਂ ਬਾਰੇ ਸੋਚਿਆ। ਆਮ ਤੌਰ ਤੇ ਲੋਕ ਇਹ ਸੋਚਦੇ ਹੈਗੇ ਆ ਕਿ ਸਾਨੂੰ ਕੀ ਹੈ, ਉਹ ਦੂਸਰੇ ਦੇ ਨਾਲ ਕੁਝ ਹੋ ਰਿਹਾ ਤੇ ਸਾਨੂੰ ਕੀ ਹੈ, ਅਸੀਂ ਦੇਸ਼ ਤੋਂ ਕੀ ਲੈਣਾ ਹੈ, ਅਸੀਂ ਦੂਸਰੇ ਵਰਗ ਤੋਂ ਕੀ ਲੈਣਾ ਹੈ। ਲੇਕਿਨ ਇਹ ਸਾਡੀ ਆਜ਼ਾਦੀ ਦੀ ਲੜਾਈ ਜਿਹੜੀ ਇਸ ਜਲਿਆਂਵਾਲਾ ਬਾਗ ਕਾਂਡ ਦੇ ਬਾਅਦ ਤੇਜ਼ ਹੋਈ ਔਰ ਜਿਸ ਦੇ ਬਾਅਦ ਬਹੁਤ ਸਾਰੇ ਲੋਕਾਂ ਨੇ ਸਰ ਦਾ ਖਿਤਾਬ ਛੱਡ ਦਿੱਤਾ, ਬਹੁਤ ਸਾਰੇ ਲੋਕਾਂ ਨੇ ਆਪਣੀ ਮੈਂਬਰਸ਼ਿਪ ਛੱਡ ਦਿੱਤੀ ਜਿਹੜੀ ਬ੍ਰਿਟਿਸ਼ ਗਵਰਨਮੈਂਟ ਦੀਆਂ ਕਾਉਂਸਲਸ ਹੈ ਉਸ ਦੇ ਵਿੱਚ। ਇਹ ਇੱਕ ਐਸਾ ਸਮਾਂ ਸੀ ਜਿਸ ਸਮੇਂ ਦੇ ਵਿੱਚ ਜਿਹੜੀ ਇਹ ਰਾਸ਼ਟਰੀ ਸੁਤੰਤਰਤਾ ਅੰਦੋਲਨ ਯਾਨੀ ਕਿ ਆਜ਼ਾਦੀ ਦੀ ਲਹਿਰ ਦੀ ਅੱਗ ਜਿਹੜੀ ਹੈ ਇਹ ਬਹੁਤ ਜ਼ਿਆਦਾ ਭੜਕੀ ਹੈ ਔਰ ਇਸ ਦਾ ਬਦਲਾ ਵੀ ਤੁਸੀਂ ਸਮਝ ਸਕਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਹਿਲੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਸੁਖਦੇਵ ਨੇ ਔਰ ਫਿਰ ਸ਼ਹੀਦ ਊਧਮ ਸਿੰਘ ਨੇ 1940 ਦੇ ਵਿੱਚ ਜਦੋਂ ਕੈਕਸਟਨ ਹਾਲ ਦੇ ਵਿੱਚ ਉਸਨੇ ਡਾਇਰ ਨੂੰ ਇਹ ਗੋਲੀ ਮਾਰੀ ਹੈ। ਇਹ ਡਾਇਰ ਵੀ ਦੋ ਹੈਗੇ ਆ, ਇੱਕ ਉਸ ਵੇਲੇ ਜਿਹੜਾ ਲੈਫਟੀਨੈਂਟ ਗਵਰਨਰ ਸੀਗਾ ਉਹ ਵੀ ਉਹ DWYER ਹੈ ਡਾਇਰ, ਔਰ ਇੱਕ ਦੂਸਰੇ ਹੈ DYER। ਮਾਈਕਲ ਡਵਾਇਰ ਜਿਹੜਾ ਹੈ ਇਹ ਕਿਉਂਕਿ ਡਾਇਰ ਜਿਸ ਨੇ ਗੋਲੀ ਚਲਾਈ ਸੀ ਉਹਦੀ ਤੇ ਡੈਥ ਹੋ ਗਈ ਸੀ, ਉਸ ਦੇ ਉੱਤੇ ਕੇਸ ਵੀ ਚੱਲਿਆ ਸੀ ਲੇਕਿਨ ਉਸ ਕੇਸ 'ਚ ਉਸ ਨੂੰ ਇੰਗਲੈਂਡ ਦੇ ਵਿੱਚ ਬਰੀ ਕਰ ਦਿੱਤਾ ਗਿਆ ਸੀ। ਪਰ ਮਾਈਕਲ ਡਵਾਇਰ ਜਿਹੜਾ ਹੈ ਉਹ ਜਿੰਦਾ ਸੀ ਔਰ ਇਸੇ ਚੀਜ਼ ਦਾ ਬਦਲਾ ਲੈਣ ਦੇ ਲਈ 1940 ਦੇ ਵਿੱਚ ਸ਼ਹੀਦ ਆਜ਼ਮ ਹੀ ਅਸੀਂ ਕਹਾਂਗੇ ਸਰਦਾਰ ਊਧਮ ਸਿੰਘ ਕਪੂਰ ਉਹਨਾਂ ਨੇ ਇਸ ਦਾ ਬਦਲਾ ਲਿੱਤਾ। ਡਾਕਟਰ ਸਾਹਿਬ ਇੱਕ ਚੀਜ਼ ਹੈ, ਸਾਡੀ ਸੋਚ 'ਚ ਜਿਹੜਾ ਨੁਕਸ ਪੈ ਗਿਆ ਨਾ, ਜੋ ਚੀਜ਼ ਲੈ ਕੇ ਸਾਡੇ ਆਜ਼ਾਦੀ ਘੁਲਾਟੀਏ ਨਿਰਮਾਤਾ ਗੁਰੂ ਸਾਹਿਬਾਨ ਚੱਲਦੇ ਰਹੇ, ਸਾਨੂੰ ਸਮਝਾਉਂਦੇ ਰਹੇ, ਪਰ ਸਾਡੀ ਸੋਚ ਨੁਕਸ ਪੈ ਗਿਆ। ਅਸੀਂ ਬਸ ਆਪਣੇ ਬਾਰੇ ਜਿਹੜਾ ਤੁਸੀਂ ਕਿਹਾ ਮੈਨੂੰ ਕੀ ਮੈਨੂੰ ਆਪਣੇ ਆਪ ਨਾਲ ਮਤਲਬ ਹੈ, ਇਹ ਨੁਕਸ ਕਿੱਦਾਂ ਠੀਕ ਕਰੀਏ ਤਾਂ ਕਿ ਸਭ ਕੁਝ ਠੀਕ ਹੋਵੇ, ਕਿਉਂਕਿ ਜਦੋਂ ਸੋਚ ਠੀਕ ਹੋਏਗੀ ਤਾਂ ਹੀ ਸਭ ਕੁਝ ਠੀਕ ਹੋਣਾ। ਦੇਖੋ ਇਸ ਨੁਕਸ ਨੂੰ ਇੱਕ ਅੱਛੀ ਸਿੱਖਿਆ ਪ੍ਰਣਾਲੀ ਦੇ ਨਾਲ ਹੀ ਠੀਕ ਕੀਤਾ ਜਾ ਸਕਦਾ ਹੈ। ਬੱਚਿਆਂ ਨੂੰ ਆਪਣੇ ਹੈਰੀਟੇਜ ਦੇ ਨਾਲ ਜੋੜਿਆ ਜਾਏ, ਬੱਚਿਆਂ ਨੂੰ ਆਪਣੇ ਇਤਿਹਾਸ ਦੇ ਨਾਲ ਪਰਿਚਿਤ ਕਰਵਾਇਆ ਜਾਏ ਔਰ ਨੌਜਵਾਨਾਂ ਨੂੰ ਇਹਨਾਂ ਲੋਕਾਂ ਦੀਆਂ ਜੀਵਨੀਆਂ ਜਿਹੜੀਆਂ ਹੈ ਇਹ ਪੜ੍ਹਾਈਆਂ ਜਾਣ ਤਾਂ ਕਿ ਜ਼ਿੰਦਗੀ 'ਚ ਉਹ ਸਭ ਉਹ ਕਰ ਸਕਣ ਜਿਹੜਾ ਉਹਨਾਂ ਨੂੰ ਕਰਨਾ ਚਾਹੀਦਾ ਹੈ। ਆਪਣੀ એનર્ਜੀ ਦਾ ਬਿਖਰਾਵ ਨਾ ਕਰਨ, ਆਪਣੀ એનર્ਜੀ ਨੂੰ ਕਨਸੈਂਟਰੇਟ ਕਰਕੇ ਦੇਸ਼ ਹਿੱਤ ਲਈ, ਸਮਾਜ ਹਿੱਤ ਦੇ ਲਈ ਉਸ ਦਾ ਪ੍ਰਯੋਗ ਕਰਨ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਸ ਸਬਜੈਕਟ ਦੇ ਉੱਤੇ ਸਾਨੂੰ ਸੇਧ ਦਿੱਤੀ ਔਰ ਸਾਡੇ ਦਰਸ਼ਕਾਂ ਲਈ ਇਹ ਬਹੁਤ ਫਾਇਦੇਮੰਦ ਸਾਬਿਤ ਹੋਏਗਾ, ਬਹੁਤ ਲਾਹੇਵੰਦ ਸਾਬਿਤ ਹੋਏਗਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਹਾਂਜੀ ਸ਼ੁਕਰੀਆ, ਔਰ ਤੁਹਾਨੂੰ ਵੀ ਇੱਕ ਵਾਰ ਫਿਰ ਤੋਂ ਵਧਾਈ। ਸ਼ੁਕਰੀਆ। ਵਾਂਗ ਪਿਆਰ ਕਰਦਾ ਓਏ ਜਦੋਂ ਉਹ ਫਸਲ ਪੱਕ ਕੇ ਜਵਾਨ ਹੁੰਦੀ ਹੈ ਤਾਂ ਦੋਸਤੋ ਕਿਸਾਨ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ।